ओरिजिनल फिल्टर ता चेंज कराना ही आ जाओ फिर क्विक ट्रक ल्यूब। ट्रक सर्विसिंग वाह भाई वाह, कोई अपॉइंटमेंट नहीं, ड्राइव थ्रू फैसिलिटी यूज करो। 2 लोकेशंस तुसी जानते ही हो, एग्जिट 268 ऑन हाईवे 401 और एग्जिट 5 ऑन QEW। क्विक ट्रक ल्यूब, खुश होके परतोगे। मान लो 519 622 0660 519 622 0660 QTL because we care। Quick Truck Lube। ਓਏ ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 360652 6066। ਇਹ 2 ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲਾਸਟ ਹਿਲਸ। ਫੋਨ ਨੰਬਰ 661 797 2354। ਉਹ ਯਾਰ ਕੀ ਸੁਪਨੇ ਦੇਖੇ ਸੀ ਕੈਨੇਡਾ ਆਉਣ ਤੋਂ ਪਹਿਲਾਂ? ਉਹ ਸੁਪਨੇ ਪੂਰੇ ਕਰਨੇ ਆ ਤਾਂ ਡ੍ਰੀਮ ਲਾਈਨਰ ਐਕਸਪ੍ਰੈਸ ਵਾਲਿਆਂ ਨੂੰ ਕਾਲ ਕਰ। जी हाँ, ड्रीमलाइनर एक्सप्रेस कंपनी कैलगरी अल्बर्टा कैनेडा, जिन्हां नूं साफ सुथरे रिकॉर्ड ते 2 साला तजर्बे वाले ड्राइवर्स दी लोड़ है। इन्हां कोल कैलगरी अल्बर्टा तो कैलिफोर्निया ते एरिजोना दे सिद्धे रन। इन्हां कोल ड्राई ते रीफर लोड भी है। होम रिटर्न विद इन 5 डेज, बाई वीकली ते चंगी तनख्वाह दिंदे आ। और हाँ, सिंगल ते टीम्स दोनां नूं हायर करदे ने। वधेरे जानकारी लई कॉल 403 404 9501 403 404 9501। ड्रीमलाइनर एक्सप्रेस कंपनी कैलगरी अल्बर्टा कैनेडा। ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨ੍ਹਈਆਜ਼ ਗ੍ਰੀਨ ਸਿਟੀ, ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ, ਖੁੱਲੀਆਂ ਸੜਕਾਂ, ਹਰਾ ਭਰਾ ਵਾਤਾਵਰਣ, ਬਿਜਲੀ ਦੀਆਂ ਅੰਡਰਗਰਾਉਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ। ਲੈਂਡਸਕੇਪਿੰਗ ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ। ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ, ਸੰਪਰਕ ਕਰੋ 8556 600 2064 ਅਤੇ 8556 02071। ट्रकिंग वाले वीरो ध्यान नाल सुनो। ट्रक जिद्दां दा भी चलाउने हो, मैनुअल ਜਾਂ ਆਟੋਮੈਟਿਕ, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब। लो जी, तीजी लोकेशन भी खोलती है, एग्जिट 579 फ्रॉम हाईवे 401 इन नापनी। आहो जी, कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नापनी। क्विक ट्रक ल्यूब, द वन स्टॉप शॉप। 519 622 0660 ਜਾਂ quicktrucklube.com। QTL because we care। Quick Truck Lube। सेखो इमिग्रेशन सर्विसेज, कैलिफोर्निया इमिग्रेशन कंसल्टेंट, रजिस्टर्ड ਅਤੇ ਬੌਂਡਡ। ਇਮੀਗ੍ਰੇਸ਼ਨ ਅਸਿਸਟੈਂਸ ਦੇ ਨਾਲ ਸਿਟੀਜ਼ਨਸ਼ਿਪ, ਵਰਕ ਪਰਮਿਟ, ਪ੍ਰੋਸੈਸ ਸਰਵਿਸ, OCI ਕਾਰਡ, ਫੈਮਿਲੀ ਪਟੀਸ਼ਨ, ਇੰਡੀਅਨ ਪਾਸਪੋਰਟ, ਇੰਡੀਅਨ ਵੀਜ਼ਾ ਅਤੇ ਨੋਟਰੀ ਪਬਲਿਕ ਲਈ ਸੰਪਰਕ ਕਰੋ। ਸੇਖੋ ਇਮੀਗ੍ਰੇਸ਼ਨ ਸਰਵਿਸਿਜ਼, ਗੁਰਸ਼ਰਨ ਸੇਖੋ 22693 ਹੈਸਪੇਰੀਅਨ ਬੁਲੇਵਾਰਡ, ਸਵੀਟ 250, Hayward, California। Call 510-200-9988। सेखो इमिग्रेशन सर्विसेज, कैलिफोर्निया इमिग्रेशन कंसल्टेंट, रजिस्टर्ड ਅਤੇ ਬੌਂਡਡ। ਇਮੀਗ੍ਰੇਸ਼ਨ ਅਸਿਸਟੈਂਸ ਦੇ ਨਾਲ ਸਿਟੀਜ਼ਨਸ਼ਿਪ, ਵਰਕ ਪਰਮਿਟ, ਪ੍ਰੋਸੈਸ ਸਰਵਿਸ, OCI ਕਾਰਡ, ਫੈਮਿਲੀ ਪਟੀਸ਼ਨ, ਇੰਡੀਅਨ ਪਾਸਪੋਰਟ, ਇੰਡੀਅਨ ਵੀਜ਼ਾ ਅਤੇ ਨੋਟਰੀ ਪਬਲਿਕ ਲਈ ਸੰਪਰਕ ਕਰੋ। ਸੇਖੋ ਇਮੀਗ੍ਰੇਸ਼ਨ ਸਰਵਿਸਿਜ਼, ਗੁਰਸ਼ਰਨ ਸੇਖੋ 22693 ਹੈਸਪੇਰੀਅਨ ਬੁਲੇਵਾਰਡ, ਸਵੀਟ 250, Hayward, California। Call 510-200-9988। JB ट्रक रिपेयर, यूबा सिटी, सर्टिफाइड क्यूमिंस, डेट्रॉइट फ्रेटलाइनर, वेस्टर्न स्टार, वॉल्वो, कैटरपिलर ਅਤੇ ਸੀਰੀਜ਼ 60 ਇੰਜਨਸ, ਇੰਟਰਨੈਸ਼ਨਲ ਅਤੇ ਆਟੋਮੈਟਿਕ ਟਰਾਂਸਮਿਸ਼ਨਸ। 5 ਸਾਲ ਦਾ ਫ੍ਰੇਟਲਾਈਨ ਡੀਲਰਸ਼ਿਪ ਦਾ ਐਕਸਪੀਰੀਅੰਸ। ਇਹ ਇੰਜਨ, ਟਰੱਕ, ਟ੍ਰੇਲਰ, AC, ਇਲੈਕਟ੍ਰੀਕਲ, DPF, DEF ਰਿਪੇਅਰ ਕਰਦੇ ਹਨ। ਟਰਾਂਸਮਿਸ਼ਨ, ਰੀਅਰ ਐਂਡ, ਬ੍ਰੇਕਸ, ਆਇਲ ਚੇਂਜ ਕਰ ਦਿੰਦੇ ਹਨ। ਸਰਟੀਫਾਈਡ 90 ਡੇ DOT ਇੰਸਪੈਕਸ਼ਨ ਅਤੇ ਸਰਟੀਫਾਈਡ ਐਨੂਅਲ ਫੈਡਰਲ DOT ਇੰਸਪੈਕਸ਼ਨ ਕਰਦੇ ਹਨ। 100 ਮਾਈਲ ਦੇ ਰੇਡੀਅਸ ਵਿੱਚ ਰੋਡ ਅਸਿਸਟੈਂਸ 24/7। ਨਵੇਂ ਕਸਟਮਰਸ ਲਈ 10% ਡਿਸਕਾਊਂਟ। ਹਫਤੇ ਦੇ 7 ਦਿਨ ਸਵੇਰੇ 7 ਤੋਂ ਸ਼ਾਮੀ 7 ਵਜੇ ਤੱਕ ਖੁੱਲੇ ਰਹਿੰਦੇ ਹਨ। ਹੋਰ ਜਾਣਕਾਰੀ ਲਈ ਕਾਲ ਜਗਰੂਪ ਬੋਇਲ 916 696 0634 ਜਾਂ ਜਗਰਾਜ ਬਲ 530 339 15। ਐਡਰੈਸ 3894 ਰੇਲ ਰੋਡ ਐਵੇਨਿਊ, ਯੂਬਾ ਸਿਟੀ। ਇੱਥੇ ਹੁਣ ਟਰੱਕਾਂ ਦੇ ਯੂਜ਼ਡ ਤੇ ਬ੍ਰਾਂਡ ਨਿਊ ਟਾਇਰ ਵੀ ਮਿਲਦੇ ਹਨ।
ਬਾਈ ਜੀ ਨਵੀਂ DD15 ਚਲਾਉਂਦੇ ਜਾਂ ਬੇਕਾਰ ਮੈਕਸ ਫੋਰਸ ਕਮਿੰਸ ISX ਵੋਲਵੋ ਮਰਸੀਡੀਜ਼ ਸਪ੍ਰਿੰਟਰ ਜਿਹੀ ਮੋਟਰ ਹੋਵੇ ਤੇਲ ਹੋਰ ओरिजिनल ਫਿਲਟਰ ਤਾਂ ਚੇਂਜ ਕਰਾਉਣਾ ਹੀ ਆ ਜਾਓ ਫਿਰ ਕੁਇਕ ਟਰੱਕ ਲਿਊਬ ਟਰੱਕ ਸਰਵਿਸਿੰਗ ਵਾਹ ਭਾਈ ਵਾਹ ਕੋਈ ਅਪਾਇੰਟਮੈਂਟ ਨਹੀਂ ਡਰਾਈਵ ਥਰੂ ਫੈਸਿਲਿਟੀ ਯੂਜ਼ ਕਰੋ 2 ਲੋਕੇਸ਼ਨਸ ਤੁਸੀਂ ਜਾਣਦੇ ਹੀ ਹੋ ਐਗਜ਼ਿਟ 268 ਔਨ ਹਾਈਵੇ 401 ਔਰ ਐਗਜ਼ਿਟ 5 ਔਨ QEW ਕੁਇਕ ਟਰੱਕ ਲਿਊਬ ਖੁਸ਼ ਹੋ ਕੇ ਪਰਤੋਗੇ ਮੰਨ ਲਓ 519 0660 5196220660 QTL because we care. Quick Truck Lube. ਓਏ ਮੇਰੇ ਵੀਰ ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਸ਼ਮਾਦਾਨ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਬਠਿੰਡਾ ਸਟੂਡੀਓ ਤੋਂ ਲਾਈਵ ਮੈਂ ਆਪ ਸਭ ਸਰੋਤਿਆਂ ਦਾ ਸਵਾਗਤ ਕਰਦਾ ਹਾਂ। ਪਿਆਰੇ ਸਰੋਤਿਓ, ਤੁਸੀਂ ਜੁੜ ਚੁੱਕੇ ਹੋ ਪ੍ਰੋਗਰਾਮ ਸ਼ਮਾਦਾਨ ਦੇ ਨਾਲ ਤੇ ਮੈਂ ਜਸਪ੍ਰੀਤ ਸਿੰਘ ਲੈ ਕੇ ਹਾਜ਼ਰ ਹਾਂ ਜੀ ਅੱਜ ਦਾ ਇਹ ਪ੍ਰੋਗਰਾਮ। ਇਸ ਪ੍ਰੋਗਰਾਮ ਦੇ ਵਿੱਚ ਆਪਾਂ ਗੱਲ ਕਰੀਏ ਤਾਂ 3 ਹਿੱਸੇ ਰਹਿਣਗੇ। ਪਹਿਲੇ ਹਿੱਸੇ ਦੇ ਵਿੱਚ ਅਸੀਂ ਅੰਮ੍ਰਿਤਸਰ ਤੋਂ ਸਰਦਾਰ ਜਸਵੀਰ ਸਿੰਘ ਪੱਟੀ ਜੀ ਹੁਣਾਂ ਨੂੰ ਲਾਈਨ 'ਤੇ ਲਵਾਂਗੇ ਅਤੇ ਕਰਾਂਗੇ ਉਹਨਾਂ ਨਾਲ ਗੱਲਬਾਤ ਖਬਰਾਂ ਨੂੰ ਲੈ ਕੇ, ਬਹੁਤ ਸਾਰੇ ਮੁੱਦਿਆਂ ਨੂੰ ਲੈ ਕੇ। ਉਸ ਤੋਂ ਇਲਾਵਾ ਸਾਡੇ ਨਾਲ ਸੀਨੀਅਰ ਪੱਤਰਕਾਰ ਸਰਦਾਰ ਬਖਤੌਰ ਸਿੰਘ ਢਿੱਲੋਂ ਜੀ ਵੀ ਸਟੂਡੀਓ ਦੇ ਵਿੱਚ ਹਾਜ਼ਰ ਰਹਿਣਗੇ ਅਤੇ ਗੱਲਬਾਤ ਕਰਨਗੇ ਅੱਜ ਦੇ ਮਸਲਿਆਂ ਨੂੰ ਲੈ ਕੇ, ਅੱਜ ਦੀਆਂ ਖਬਰਾਂ ਨੂੰ ਲੈ ਕੇ। ਉਸ ਤੋਂ ਇਲਾਵਾ ਅਸੀਂ ਪੰਜਾਬ ਭਰ ਦੀਆਂ ਖਬਰਾਂ ਵੀ ਅੱਜ ਆਪ ਸਭ ਤੱਕ ਪਹੁੰਚਾਵਾਂਗੇ। ਸੋ ਇਹ ਰਹੇਗਾ ਪ੍ਰੋਗਰਾਮ ਸ਼ਮਾਦਾਨ। ਅਤੇ ਆਪਾਂ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਸਰਦਾਰ ਜਸਵੀਰ ਸਿੰਘ ਪੱਟੀ ਸਾਹਿਬ ਦਾ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ। ਸਵਾਗਤ ਹੈ ਪੱਟੀ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਆਪਾਂ ਗੱਲਬਾਤ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪੱਟੀ ਸਾਹਿਬ। ਸੋ ਅੱਜ ਖਬਰਾਂ ਬਹੁਤ ਸਾਰੀਆਂ ਨੇ ਅਤੇ ਖਬਰਾਂ ਦੀ ਆਪਾਂ ਗੱਲਬਾਤ ਕਰੀਏ ਤਾਂ ਜਿਹੜੀ ਪਹਿਲੀ ਖਬਰ ਮੈਂ ਲੈਣੀ ਚਾਹੂੰਗਾ ਸਾਡੇ ਗੁਆਂਢੀ ਮੁਲਕ ਪਾਕਿਸਤਾਨ ਤੋਂ, ਜਿੱਥੇ ਕਿ ਮੰਦਰ ਦੀ ਭੰਨ ਤੋੜ ਕਾਰਨ ਸੁਪਰੀਮ ਕੋਰਟ ਨੇ ਲਿਆ ਸਖਤ ਨੋਟਿਸ ਅਤੇ ਇਮਰਾਨ ਖਾਨ ਦੀ ਸਰਕਾਰ ਨੇ ਕਿਹਾ ਕਿ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਹੋਵੇਗੀ। ਜਿਹੜੀ ਪਾਕਿਸਤਾਨ ਦੀ ਗੱਲ ਕਰਦੇ ਆ ਜੀ, ਤੁਹਾਨੂੰ ਪਤਾ ਹੋਏਗਾ ਪਿੱਛੇ ਜੇ ਨਨਕਾਣਾ ਸਾਹਿਬ ਗੁਰਦੁਆਰੇ ਤੇ ਵੀ ਕੁਝ ਲੋਕਾਂ ਨੇ ਹਮਲਾ ਕੀਤਾ ਸੀ ਜੀ, ਔਰ ਉਦੋਂ ਵੀ ਉੱਥੋਂ ਦੀ ਸਰਕਾਰ ਬੜੀ ਸਖਤੀ ਨਾਲ ਪੇਸ਼ ਆਈ ਸੀ ਤੇ ਬਿਨਾਂ ਕਿਸੇ ਦੇਰੀ ਤੋਂ ਉਹਨਾਂ ਬੰਦਿਆਂ ਨੂੰ ਗ੍ਰਿਫਤਾਰ ਵੀ ਕੀਤਾ ਸੀ, ਭਾਵੇਂ ਕਿ ਉਹਨਾਂ ਮਾਫੀਆਂ ਮੰਗ ਲਈ ਸਾਡੀ ਕੋਈ ਗਲਤੀ ਹੋ ਗਈ ਆ, ਅਸੀਂ ਗੁਰੂ ਨਾਨਕ ਪੀਰ ਪਾਤਸ਼ਾਹ ਦੇ ਨਾਨਕ ਦੇ ਦਰਬਾਰ ਤੇ ਹਮਲਾ ਨਹੀਂ ਕਰਨਾ ਚਾਹੀਦਾ ਸੀ ਜੀ, ਲੇਕਿਨ ਫਿਰ ਵੀ ਸਰਕਾਰ ਨੇ ਆਪਣਾ ਕੰਮ ਕੀਤਾ ਸੀ, ਸਰਕਾਰ ਨੇ ਬਖਸ਼ਿਆ ਨਹੀਂ ਸੀ ਜੀ। ਇਸ ਤੋਂ ਇਲਾਵਾ ਤੁਹਾਨੂੰ ਪਤਾ ਹੋਏਗਾ ਜਦੋਂ ਉੱਥੇ ਬੇਅਦਬੀ ਹੋਈ ਸੀ, ਉਹਨੂੰ ਲੈ ਕੇ ਸਿੱਖਾਂ ਨੇ ਜਾ ਕੇ ਉਹਨਾਂ ਦੀ ਪਾਰਲੀਮੈਂਟ ਦੇ ਬਾਅਦ ਜਿਹੜਾ ਸੀ ਮੁਜ਼ਾਹਰਾ ਕੀਤਾ ਸੀ, ਗੇਟ ਤੋੜ ਦਿੱਤਾ ਸੀ ਤੇ ਸਿੱਖ ਗ੍ਰਿਫਤਾਰ ਕਰ ਲਏ ਗਏ ਸੀ ਜੀ। ਉਸ ਟਾਈਮ ਤੇ ਵੀ ਸਰਕਾਰ ਨੇ ਕਿਹਾ ਸੀ ਵੀ ਇਹਨਾਂ ਨੂੰ ਛੱਡ ਦਿੱਤਾ ਜਾਵੇ, ਇਹਨਾਂ ਦੇ ਖਿਲਾਫ ਕੋਈ ਮੁਕੱਦਮਾ ਦਰਜ ਨਾ ਕੀਤਾ ਕਿਉਂਕਿ ਇਹਨਾਂ ਦੀ ਧਾਰਮਿਕ ਭਾਵਨਾ ਭੜਕਿਆ ਸੀ ਕੀਤਾ, ਲੇਕਿਨ ਅੱਗੇ ਤੋਂ ਕਹਿ ਦਿੱਤਾ ਵੀ ਭਾਈ ਤੁਸੀਂ ਸ਼ਾਂਤਮਈ ਜੋ ਮਰਜ਼ੀ ਕਰੋ ਜੀ, ਇਹੋ ਜਿਹੀ ਹਰਕਤ ਨਾ ਕਰੋ ਜੀ। ਤੀਜੀ ਘਟਨਾ ਉੱਥੇ ਵਾਪਰੀ ਸੀ ਵੀ ਇੱਕ ਸਿੰਧ ਦੇ ਵਿੱਚ ਬੜੀ ਪੁਰਾਣੀ ਹਿੰਦੂ ਧਰਮ ਦੀ ਇੱਕ ਧਰਮਸ਼ਾਲਾ ਸੀ ਜੀ, ਬਿਲਕੁਲ ਜੀ। ਉਹ 1932 ਚ ਬਣੀ ਸੀ 1932 ਚ ਬਣੀ ਸੀ ਤੇ ਉਹਨੂੰ ਢਾਹ ਕੇ ਉੱਥੋਂ ਦੀ ਸਰਕਾਰ ਜਿਹੜੀ ਇੱਥੇ ਕੋਈ ਮਾਲ ਉਸਾਰਨਾ ਚਾਹੁੰਦੀ ਸੀ, ਲੇਕਿਨ ਉਹ ਮਾਮਲਾ ਸੁਪਰੀਮ ਕੋਰਟ ਚਲਾ ਗਿਆ ਤੇ ਸੁਪਰੀਮ ਕੋਰਟ ਨੇ ਬਕਾਇਦਾ ਤੌਰ ਤੇ ਸਰਕਾਰ ਨੂੰ ਤੇ ਪ੍ਰਾਪਤ ਵਿਭਾਗ ਨੂੰ ਬੁਲਾ ਕੇ ਨਿਰਦੇਸ਼ ਦਿੱਤੇ ਸੀ ਜੀ ਇਹ ਸਾਡੀ ਵਿਰਾਸਤ ਆ, ਇਹ 99 ਸਾਲ ਪੁਰਾਣੀ ਜਿਹੜੀ ਧਰਮਸ਼ਾਲਾ ਇਹ ਵਿਰਾਸਤ ਹੈ, ਇਹਨੂੰ ਵਿਰਾਸਤ ਦੇ ਤੌਰ ਤੇ ਸੰਭਾਲਿਆ ਜਾਵੇ, ਢਾਇਆ ਨਾ ਜਾਵੇ ਜੀ, ਬਿਲਕੁਲ ਜੀ। ਲੇਕਿਨ ਪਾਕਿਸਤਾਨ ਦੇ ਵਿੱਚ ਕੱਟੜਪੰਥੀਆਂ ਦਾ ਬੜਾ ਬੋਲਬਾਲਾ ਚ ਕੋਈ ਦੋ ਰਾਵਾਂ ਨਹੀਂ ਹੈਗੀ, ਕੱਟੜਪੰਥੀ ਹੈਗੇ ਨੇ ਜੀ। ਅਹਿਮਦੀਆਂ ਮੁਸਲਮਾਨਾਂ ਨੂੰ ਜਿਹੜੇ ਮੁਸਲਮਾਨ ਮੰਨਣ ਲਈ ਤਿਆਰ ਨਹੀਂ ਹੈਗੇ, ਬਾਕੀ ਕੀ ਰਹਿ ਗਏ ਜੀ। ਹੁਣ ਉੱਥੇ ਉਹਨਾਂ ਨੇ ਇੱਕ ਮੰਦਿਰ ਸੀਗਾ, ਉਹ ਮੰਦਿਰ ਦੀ ਭੰਨ ਤੋੜ ਕੀਤੀ ਆ, ਉੱਤੇ ਹਮਲਾ ਕੀਤਾ ਬਕਾਇਦਾ ਤੌਰ ਤੇ ਇਸਲਾਮਾਬਾਦ ਦੇ ਵਿੱਚ, ਤੇ ਉਹ ਮੰਦਿਰ ਦੀ ਭੰਨ ਤੋੜ ਦੇ ਉੱਤੇ ਜਿਹੜੇ ਚੀਫ ਜਸਟਿਸ ਸਨ ਜੀ ਗੁਲਜ਼ਾਰ ਅਹਿਮਦ ਉੱਥੋਂ ਦੀ ਸੁਪਰੀਮ ਕੋਰਟ ਦੇ, ਉਹਨਾਂ ਨੇ ਇਮੀਡੀਏਟਲੀ ਐਕਸ਼ਨ ਲਿਆ ਤੇ ਬਕਾਇਦਾ ਤੌਰ ਤੇ ਮੁੱਖ ਸਕੱਤਰ ਤੇ ਇੰਸਪੈਕਟਰ ਜਨਰਲ ਨੂੰ ਤਲਬ ਕੀਤਾ ਵੀ ਦੱਸੋ ਇਹ ਮੰਦਿਰ ਕਿਉਂ ਤੋੜਿਆ ਜੀ। ਉਹਨਾਂ ਨੂੰ ਕਿਹਾ ਤੁਸੀਂ ਆਪਣੀ ਰਿਪੋਰਟ ਸਬਮਿਟ ਕਰੋ, ਕਿਹੜੇ ਕਿਹੜੇ ਬੰਦੇ ਦੋਸ਼ੀ, ਇਹਨਾਂ ਨੇ ਮੁਕੱਦਮਾ ਦਰਜ ਕਰਕੇ ਇਹਨਾਂ ਦਾ ਜਿਹੜਾ ਸੀ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਜੀ। ਦੂਜੇ ਪਾਸੇ ਉੱਥੋਂ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਜਿੱਥੇ ਮਾਫੀ ਮੰਗੀ ਆ ਹਿੰਦੂ ਕਮਿਊਨਿਟੀ ਕੋਲੋਂ, ਮਾਈਨੋਰਟੀ ਕੋਲੋਂ, ਉੱਥੇ ਗੱਲ ਕਹੀ ਤੇ ਅਸੀਂ ਮੰਦਿਰ ਤੁਹਾਨੂੰ ਫਿਰ ਇੱਥੇ ਬਣਾ ਕੇ ਦੇਵਾਂਗੇ ਜੀ। ਇਹ ਹੁੰਦੀਆਂ ਇਨਸਾਫ ਦੀਆਂ ਗੱਲਾਂ ਜੀ। ਅਸੀਂ ਆਪਣੀ ਨਿੰਦਾ ਆਪ ਨਹੀਂ ਕਰਦੇ,
ਹਿੰਦੁਸਤਾਨ ਦੇ ਵਿੱਚ ਗਿਆਨ ਗੋਦੜੀ ਗੁਰਦੁਆਰਾ ਢਾਇਆ ਗਿਆ, ਅੱਜ ਤੱਕ ਕਿਸੇ ਬਣਾਇਆ? ਅੱਜ ਤੱਕ ਸਿੱਖ ਪਿੱਟ ਕੇ ਮਰ ਗਏ ਵੀ ਸਾਡਾ ਜਿਹੜੀ ਵਿਰਾਸਤ ਝਾਤੀ, ਸਾਡਾ ਇਤਿਹਾਸਕ ਗੁਰਦੁਆਰਾ ਢਾਤਾ, ਸਾਨੂੰ ਗੁਰਦੁਆਰਾ ਬਣਾ ਕੇ ਦਿੱਤਾ ਜਾਵੇ, ਤਾਂ ਲੱਗ ਕੇ ਨਹੀਂ ਫੜਕਣ ਦਿੰਦੇ ਸਰਕਾਰ ਜੀ। ਮੰਗੂ ਮੱਠ ਦਾ ਤੁਹਾਡਾ ਉੜੀਸਾ ਢਾ ਦਿੱਤਾ ਗੁਰਦੁਆਰਾ ਗਿਆ, ਉਹਦੇ ਵਿੱਚ ਕੀਤਾ ਕੁਛ ਨਹੀਂ ਜੀ। ਡਾਂਗਵਾਰ ਗੁਰਦੁਆਰਾ ਸਿੱਕਮ ਜਿਹੜਾ ਸੀ ਉੱਥੋਂ ਚੁੱਪ ਕਰਕੇ ਭੀੜ ਚੁੱਕ ਕੇ ਕਿਸੇ ਦੂਸਰੇ ਗੁਰਦੁਆਰੇ ਪਹੁੰਚਾ ਦਿੱਤੀ ਕਿ ਉਹ ਗੁਰਦੁਆਰੇ ਤੇ ਕਬਜ਼ਾ ਕਰ ਲਿਆ ਗਿਆ, ਕੁਛ ਕੀਤਾ ਕੁਛ ਨਹੀਂ ਕੀਤਾ ਜੀ। ਇਸ ਕਰਕੇ ਭਾਰਤ ਸਰਕਾਰ ਨੂੰ ਵੀ ਜਾ ਕੇ ਪਾਕਿਸਤਾਨ ਸਰਕਾਰ ਤੋਂ ਇਹ ਸਬਕ ਸਿੱਖਣਾ ਚਾਹੀਦਾ ਕਿ ਉੱਥੇ ਮਿਨੋਰਟੀ ਦੀ ਕਿੰਨੀ ਕਦਰ ਕੀਤੀ ਜਾਂਦੀ ਜੀ। ਭਾਵੇਂ ਕਿ ਅੱਜ ਵੀ ਉੱਥੇ ਹਿੰਦੂ ਕੁੜੀਆਂ ਨੂੰ ਉਠਾ ਕੇ ਸ਼ਾਦੀਆਂ ਕਰਨੇ ਜਿਵੇਂ ਘਟਨਾਵਾਂ ਵਾਪਰ ਰਹੀਆਂ ਨੇ, ਕੋਈ ਸ਼ੱਕ ਵਾਲੀ ਗੱਲ ਨਹੀਂ ਹੈਗੀ ਜੀ। ਲੇਕਿਨ ਉਹ ਸਰਕਾਰ ਕੋਲ ਸ਼ਿਕਾਇਤ ਜਾਂਦੀ ਹੈ ਤੇ ਇਮਰਾਨ ਸਰਕਾਰ ਜਦੋਂ ਦੀ ਆਈ ਉਹ ਕਾਫੀ ਸਖਤ ਆ, ਮਿਨੋਰਟੀ ਦੇ ਹੱਕ 'ਚ, ਮਿਨੋਰਟੀ ਦੀ ਹਿਫਾਜ਼ਤ ਕਰਦੀ ਹੈ। ਉਸੇ ਪੈਟਰਨ ਤੇ ਅਸੀਂ ਮੋਦੀ ਸਾਹਿਬ ਕੋਲੋਂ ਮੰਗ ਕਰਾਂਗੇ ਤੇ ਹਿੰਦੁਸਤਾਨ ਦੇ ਵਿੱਚ ਮਿਨੋਰਟੀ ਦੇ ਜਿਹੜੀਆਂ ਵੀ ਹੱਕ ਹੈਗੇ ਨੇ ਜੀ, ਕੋਈ ਗੁਰਦੁਆਰੇ ਆ, ਕਿਸੇ ਦੀ ਕੋਈ ਮਸਜਿਦ ਆ, ਕਿਸੇ ਦੀ ਕੋਈ ਆਪਣੀ ਕੋਈ ਚਰਚ ਆ, ਉਹਨਾਂ ਦੀ ਹਿਫਾਜ਼ਤ ਕੀਤੀ ਜਾਵੇ ਜੀ। ਦੁਨੀਆ ਦੇ ਕਿਸੇ ਵੀ ਇਤਿਹਾਸ ਦੇ ਵਿੱਚ ਕਿਤੇ ਨਹੀਂ ਮਿਲਦਾ ਕਿ ਜਿੱਥੇ ਬਾਬਰੀ ਮਸਜਿਦ ਸੀ ਉੱਥੇ ਰਾਮ ਮੰਦਿਰ ਸੀ, ਜੀ। ਕਿਸੇ ਵੀ ਕਿਤਾਬ ਦੇ ਵਿੱਚ ਨਹੀਂ ਮਿਲਦਾ। ਲੇਕਿਨ 1980 ਚ ਇਹ ਐਲਾਨ ਜਿਹੜਾ ਸੀ ਉਹ ਅਡਵਾਨੀ ਸਾਹਿਬ ਨੂੰ ਹੋਇਆ ਜਿੱਥੇ ਮੰਦਿਰ ਸੀ, ਜਾਂ ਕਿ ਸਿਆਸੀ ਪਹੁੰਚ ਸੀ, ਸਿਆਸੀ ਫਾਇਦਾ ਲੈਣਾ ਉੱਤੇ ਸੀ ਜੀ। ਉਹ ਮਸਜਿਦ ਢਾਹ ਕੇ ਮੰਦਿਰ ਸਾਰਿਆਂ ਜਿਹੜੇ ਉੱਥੋਂ ਦੇ ਮੁਸਲਮਾਨ ਸੀ ਉਹਨਾਂ ਕਿਹਾ ਸਾਨੂੰ ਸੁਪਰੀਮ ਕੋਰਟ ਦਾ ਫੈਸਲਾ ਪ੍ਰਵਾਨ ਹੋਏਗਾ। ਜੇ ਜਨਤਕ ਤੌਰ ਤੇ ਸਮਾਜਿਕ ਤੌਰ ਤੇ ਵੇਖੋ ਤੇ ਉਹ ਫੈਸਲਾ ਠੀਕ ਨਹੀਂ, ਲੇਕਿਨ ਉਹਨਾਂ ਨੇ ਪ੍ਰਵਾਨ ਕੀਤਾ ਤੁਸੀਂ ਆਪਣਾ ਭਾਈ ਮੰਦਿਰ ਬਣਾ ਲਓ, ਤੁਸੀਂ ਵੋਟਾਂ ਖਰੀਦ ਲਓ, ਤੁਸੀਂ ਸਰਕਾਰ ਬਣੋ, ਜੋ ਮਰਜ਼ੀ ਕਰ ਲਓ ਜੀ ਕੀਤਾ। ਲੇਕਿਨ ਪਾਕਿਸਤਾਨ ਸਰਕਾਰ ਨੇ ਉਹ ਮੰਦਿਰ ਦੀ ਜਿਹੜੀ ਸੀ ਸਖਤ ਨੋਟਿਸ ਲਿਆ, ਉੱਥੋਂ ਦੀ ਸੁਪਰੀਮ ਕੋਰਟ ਦੇ ਲਿਆ, ਬਕਾਇਦਾ ਤੌਰ ਤੇ ਡੀਜੀਪੀ ਮੁੱਖ ਸਕੱਤਰ ਤਲਬ ਕੀਤਾ, ਦੋਸ਼ੀਆਂ ਖਿਲਾਫ ਫੜ ਕੇ ਅੰਦਰ ਦਿੱਤੇ, ਮੁਕੱਦਮੇ ਦਰਜ ਕੀਤੇ ਤੇ ਸਰਕਾਰ ਨੇ ਕਹਿਤਾ ਮਾਫੀ ਮੰਗੀ ਤੇ ਅਸੀਂ ਮੰਦਿਰ ਬਣਾ ਕੇ ਜਾਏਂਗੇ ਜੀ। ਤਾਂ ਅਸੀਂ ਕਿਲੋ ਦੀ ਗਾਲ ਵੀ ਕਰਦੇ ਉਹਨਾਂ ਨੂੰ ਵੀ ਗਲਤ ਕਰ ਰਹੇ ਜੋ ਕਰ ਰਹੇ ਨੇ ਉੱਥੇ ਜੀ। ਜਿਹੜੀ ਛੋਟੀ ਜਿਹੀ ਗੱਲ ਜੀ ਬੜੀ ਚੱਲਦੇ ਆ, ਲੇਕਿਨ ਜਿਹੜੇ ਸਾਡੇ ਇੱਥੇ ਤਿੰਨ, ਮੈਂ ਕਿਸੇ ਹੋਰ ਦੀ ਗੱਲ ਨਹੀਂ, ਮੈਂ ਸਿੱਖਾਂ ਦੀ ਗੱਲ ਕਰਦਾ, ਸਿੱਖਾਂ ਦੇ ਜਿਹੜੇ 3 ਗੁਰਦੁਆਰੇ ਢਾਏ ਗਏ ਉਹਨਾਂ ਦਾ ਕੌਣ ਮਾਲੀ ਬਾਤ ਚ ਵੀ ਜਵਾਬ ਦੇ ਦੇਣ ਸਾਨੂੰ। ਅੰਗਰੇਜ਼ ਸਰਕਾਰ ਦੇ ਟਾਈਮ ਤੇ ਜੀ ਲੱਗਦਾ ਕੋਈ ਨੈਟਵਰਕ ਦੀ ਦਿੱਕਤ ਆ ਰਹੀ ਹੈ ਹਲਕੀ ਜੀ, ਸੋ ਅਸੀਂ ਜ਼ਰੂਰ ਇਸ ਵੱਲ ਧਿਆਨ ਦੇਣ ਦੀ ਕੋਸ਼ਿਸ਼ ਕਰਦੇ ਹਾਂ ਜੀ। ਇਸੇ ਦੌਰਾਨ ਪ੍ਰੋਗਰਾਮ ਸਮਾਧਾਨ ਲਗਾਤਾਰ ਜਿਹੜਾ ਜਾਰੀ ਰਹੇਗਾ। ਅਸੀਂ ਗੱਲਬਾਤ ਜਿਹੜੀ ਕਰ ਰਹੇ ਹਾਂ ਅੱਜ ਦੀਆਂ ਬਹੁਤ ਹੀ ਮੁੱਖ ਖਬਰਾਂ ਨੂੰ ਲੈ ਕੇ ਕਰ ਰਹੇ ਹਾਂ, ਅਤੇ ਖਬਰਾਂ ਜਿਹੜੀਆਂ ਨੇ ਉਸ ਦੇ ਬਾਰੇ ਸਾਡੇ ਨਾਲ ਡਿਸਕਸ਼ਨ ਜਿਹੜੀ ਚੱਲ ਰਹੀ ਸੀ ਉਹ ਚੱਲ ਰਹੀ ਹੈ ਸਰਦਾਰ ਜਸਵੀਰ ਸਿੰਘ ਭੱਟੀ ਜੀ ਉਹਨਾਂ ਦੇ ਨਾਲ, ਅਤੇ ਉਹ ਦੱਸ ਰਹੇ ਸਨ ਕਿ ਪਾਕਿਸਤਾਨ ਦੇ ਵਿੱਚ ਜਿਵੇਂ ਕਿ ਮੰਦਿਰ ਜਿਹੜਾ ਉਹਦੇ ਨਾਲ ਤੋੜ ਭੰਨ ਕੀਤੀ ਗਈ, ਸੋ ਉਸ ਤੋਂ ਬਾਅਦ ਜਿਹੜਾ ਸਰਕਾਰ ਦਾ ਨੂੰ ਜਿਹੜੀ ਹੈ ਕਿ ਤਾੜਨਾ ਹੋਈ ਹੈ ਉੱਥੋਂ ਦੀ ਸੁਪਰੀਮ ਕੋਰਟ ਦੁਆਰਾ, ਉਸ ਮੁੱਦੇ ਨੂੰ ਲੈ ਕੇ ਗੱਲਬਾਤ ਕਰ ਰਹੇ ਹਾਂ ਅਤੇ ਪ੍ਰੋਗਰਾਮ ਸਮਾਧਾਨ ਰਹੇਗਾ ਇਸੇ ਪ੍ਰਕਾਰ ਜਾਰੀ। ਫਿਲਹਾਲ ਅਸੀਂ ਲੈਂਦੇ ਹਾਂ ਜੀ ਇੱਕ ਬ੍ਰੇਕ ਅਤੇ ਮਿਲਾਂਗੇ ਬ੍ਰੇਕ ਤੋਂ ਬਾਅਦ। ਕੈਨੇਡਾ ਆਉਣ ਤੋਂ ਪਹਿਲਾਂ ਉਹ ਸੁਪਨੇ ਪੂਰੇ ਕਰਨੇ ਆ ਤਾਂ ਡ੍ਰੀਮ ਲਾਈਨਰ ਐਕਸਪ੍ਰੈਸ ਵਾਲਿਆਂ ਨੂੰ ਕਾਲ ਕਰ। ਜੀ ਹਾਂ, ਡ੍ਰੀਮਲਾਈਨਰ ਐਕਸਪ੍ਰੈਸ ਕੰਪਨੀ ਕੈਲਗਰੀ ਅਲਬਰਟਾ ਕੈਨੇਡਾ, ਜਿਨ੍ਹਾਂ ਨੂੰ ਸਾਫ਼ ਸੁਥਰੇ ਰਿਕਾਰਡ ਤੇ 2 ਸਾਲਾ ਤਜਰਬੇ ਵਾਲੇ ਡਰਾਈਵਰਸ ਦੀ ਲੋੜ ਹੈ। ਇਹਨਾਂ ਕੋਲ ਕੈਲਗਰੀ ਅਲਬਰਟਾ ਤੋਂ ਕੈਲੀਫੋਰਨੀਆ ਤੇ ਐਰੀਜ਼ੋਨਾ ਦੇ ਸਿੱਧੇ ਰਨ। ਇਹਨਾਂ ਕੋਲ ਡਰਾਈ ਤੇ ਰੀਫਰ ਲੋਡ ਵੀ ਹੈ। ਹੋਮ ਰਿਟਰਨ ਵਿਦਿਨ 5 ਡੇਜ਼, ਬਾਈ ਵੀਕਲੀ ਤੇ ਚੰਗੀ ਤਨਖਾਹ ਦਿੰਦੇ ਆ। ਔਰ ਹਾਂ, ਸਿੰਗਲ ਤੇ ਟੀਮਸ ਦੋਨਾਂ ਨੂੰ ਹਾਇਰ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ 403 404 9501 403 404 9501। ਡ੍ਰੀਮਲਾਈਨਰ ਐਕਸਪ੍ਰੈਸ ਕੰਪਨੀ ਕੈਲਗਰੀ ਅਲਬਰਟਾ ਕੈਨੇਡਾ। ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨ੍ਹਈਆਜ਼ ਗ੍ਰੀਨ ਸਿਟੀ, ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ, ਖੁੱਲੀਆਂ ਸੜਕਾਂ, ਹਰਾ ਭਰਾ ਵਾਤਾਵਰਣ, ਬਿਜਲੀ ਦੀਆਂ ਅੰਡਰਗਰਾਉਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ। ਲੈਂਡਸਕੇਪਿੰਗ ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ। ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ ਜੀ। ਪ੍ਰੋਗਰਾਮ ਸਮਾਧਾਨ ਅਸੀਂ ਫਿਰ ਤੋਂ ਜੁੜ ਚੁੱਕੇ ਹਾਂ ਪ੍ਰੋਗਰਾਮ ਦੇ ਦੌਰਾਨ। ਸੋ ਭੱਟੀ ਸਾਹਿਬ, ਆਪਣੀ ਗੱਲਬਾਤ ਜਿਹੜੀ ਚੱਲ ਰਹੀ ਸੀ ਕਿ ਪਾਕਿਸਤਾਨ ਨੂੰ ਲੈ ਕੇ, ਤੇ ਹੁਣ ਆਪਾਂ ਗੱਲ ਕਰਦੇ ਹਾਂ ਭਾਰਤ ਦੇ ਵਿੱਚ ਵੀ ਅਤੇ ਖਾਸ ਕਰਕੇ ਪੰਜਾਬ ਸਾਡੇ ਆਪਣੇ ਸੂਬੇ ਦੀ, ਅਤੇ ਗੱਲਬਾਤ ਕਰਾਂਗੇ ਜੀ ਧਿਆਨ ਸਿੰਘ ਮੰਡ ਹੁਣਾਂ ਦੀ। ਸੋ
ਧਿਆਨ ਸਿੰਘ ਮੰਡ ਹੁਣਾਂ ਦਾ ਜਿਹੜਾ ਪੱਤਰ ਸੀਗਾ ਉਹ ਰੱਦ ਕਰ ਦਿੱਤਾ ਮੰਤਰੀਆਂ, ਪੰਜਾਬ ਦੇ 2 ਮੰਤਰੀਆਂ ਨੇ, ਤੇ ਅਕਾਲ ਤਖਤ ਤੇ ਪੇਸ਼ ਹੋਣ ਦੇ ਦਿੱਤੇ ਗਏ ਨਿਰਦੇਸ਼। ਸੋ ਇਸ ਖਬਰ ਦੇ ਬਾਰੇ ਵੀ ਜ਼ਰੂਰ ਦੱਸੋ ਜੀ। ਵੇਖੋ ਜੀ, ਗੱਲ ਤੁਹਾਡੀ ਆਵਾਜ਼ ਪੜਾ ਰਹੀ ਜੀ, ਪਿਛਲੇ ਦੱਸੋ ਜੀ ਆ ਰਹੀ। ਜਿਹੜੀ ਤੁਹਾਡੀ ਧਿਆਨ ਸਿੰਘ ਮੰਡ ਦੀ ਵੀ ਗੱਲ ਕਰਾਂਗੇ ਤੇ ਧਿਆਨ ਚੰਦ ਦੀ ਵੀ ਗੱਲ ਕਰਾਂਗੇ ਜੀ। ਬਿਲਕੁਲ ਜੀ। ਧਿਆਨ ਸਿੰਘ ਮੰਡ ਨੇ ਜਿਹੜਾ 1-2 ਮੰਤਰੀ ਤੇ 3 MLA ਤਲਬ ਕੀਤੇ ਸੀ ਅਕਾਲ ਤਖਤ ਤੇ, ਉਹਨਾਂ ਨੇ ਉਹਦਾ ਜਵਾਬ ਦਿੱਤਾ ਸੀ ਮੰਤਰੀਆਂ ਨੇ, ਵਿਧਾਇਕਾਂ ਨੇ, ਵੀ ਮੰਡ ਸਾਹਿਬ ਤੁਸੀਂ ਅਕਾਲ ਤਖਤ ਦੇ ਜਥੇਦਾਰ ਹੋ ਜਾਂ ਨਹੀਂ, ਇਹ ਤੁਹਾਡੀ ਪ੍ਰਵਾਨਗੀ ਜਿਹੜੀ ਨਾ ਸ਼੍ਰੋਮਣੀ ਕਮੇਟੀ ਦਿੰਦੀ, ਨਾ ਦਿੱਲੀ ਕਮੇਟੀ ਦਿੰਦੀ ਹੈ, ਨਾ ਹਜ਼ੂਰ ਸਾਹਿਬ ਕਮੇਟੀ ਦਿੰਦੀ, ਨਾ ਪਟਨਾ ਸਾਹਿਬ ਕਮੇਟੀ ਦਿੰਦੀ। ਦਮਦਮੀ ਟਕਸਾਲ ਮੰਨਣ ਲਈ ਤਿਆਰ ਨਹੀਂ, ਬਹੁਤ ਸਾਰੀ ਸੰਸਥਾਵਾਂ ਤੁਹਾਨੂੰ ਜਥੇਦਾਰ ਮੰਨਣ ਲਈ ਤਿਆਰ ਨਹੀਂ ਹੈਗੀਆਂ। ਇਸ ਕਰਕੇ ਤੁਸੀਂ ਮਾਨਤਾ ਪ੍ਰਾਪਤ ਜਥੇਦਾਰ ਨਹੀਂ ਤੇ ਅਕਾਲ ਤਖਤ ਤੇ ਕੋਈ ਤੁੱਕ ਨਹੀਂ ਬਣਦੀ। ਅਕਾਲ ਤਖਤ ਤੇ ਤੁਸੀਂ ਆਓਗੇ, ਆਪ ਵੀ ਟੰਬੇ ਖਾਓਗੇ, ਨਾ ਸ਼੍ਰੋਮਣੀ ਕਮੇਟੀ ਕੋਲ ਸਾਨੂੰ ਵੀ ਫੋਰਮ ਭਰਵਾਓਗੇ ਜੀ। ਇਹ ਗੱਲ ਸਹੀ ਹੈ। ਜਦੋਂ ਇਹ 3 ਜਥੇਦਾਰ ਹੁੰਦੇ ਸੀ ਉਦੋਂ ਵੀ ਅਕਾਲ ਤਖਤ ਤੇ ਬਹਿ ਨਹੀਂ ਦਿੱਤਾ ਜਾਂਦਾ ਸੀ ਇਹਨਾਂ ਨੂੰ। ਜਿਹੜੀ ਬਾਹਰ ਸੁਣਾਈ ਕਰਦੇ ਸੀ ਅਕਾਲ ਤਖਤ ਦਰਬਾਰ ਸਾਹਿਬ ਤੋਂ ਬਾਹਰ ਹੀ ਖਲੋ ਕੇ ਸੁਣਾਈ ਕਰਦੇ ਸੀ, ਤੂੰ ਆਹ ਕਰਨੀ, ਤੁਸੀਂ ਇਹ ਕਰਨੀ ਜੀ। ਕੀਤੀ 1-2 ਸੁਣਾਈਆਂ, ਲੇਕਿਨ ਮੰਡ ਸਾਹਿਬ ਅੱਜ ਤੁਹਾਡੇ 2 ਜਥੇਦਾਰ ਤਾਂ ਛੱਡ ਕੇ ਤੁਸੀਂ ਇਕੱਲੇ ਰਹਿ ਗਏ ਜੀ। ਇਕੱਲੇ ਦੇ ਵਿੱਚ ਵੀ ਜਿਹਦੇ ਕਰਕੇ ਭਾਈ ਜਗਤਾਰ ਸਿੰਘ ਹਵਾਰਾ ਨੂੰ 10 ਨਵੰਬਰ 2015 ਨੂੰ ਸਰਬੱਤ ਖਾਲਸਾ ਤੇ ਜਥੇਦਾਰ ਅਕਾਲ ਤਖਤ ਜਿਹੜਾ ਸੀ ਐਲਾਨਿਆ ਗਿਆ ਸੀ ਜੀ। ਉਹ ਜੇਲ੍ਹ 'ਚ ਨੇ। ਉਹਨਾਂ ਦੀ ਗੈਰ ਹਾਜ਼ਰੀ 'ਚ ਤੁਹਾਨੂੰ ਜਿਹੜਾ ਸੀ ਕਾਰਜਕਾਰੀ ਜਥੇਦਾਰ ਬਣਾਇਆ ਗਿਆ ਸੀਗਾ, ਲੇਕਿਨ ਤੁਸੀਂ ਉੱਤੇ ਖਰੇ ਨਹੀਂ ਉਤਰ ਸਕੇ। ਬਰਗਾੜੀ ਮੋਰਚੇ ਤੋਂ ਬਾਅਦ ਜਿਹੜਾ ਸੀ ਭਾਈ ਜਗਤਾਰ ਸਿੰਘ ਹਵਾਰਾ ਨੇ ਆਪਣਾ ਕੰਮਕਾਰ ਵੇਖਣ ਵਾਸਤੇ 5 ਮੈਂਬਰੀ ਕਮੇਟੀ ਦਾ ਗਠਨ ਕੀਤਾ ਤੇ ਤੁਹਾਨੂੰ ਖਾਰਜ ਕਰ ਦਿੱਤਾ ਗਿਆ ਜੀ। ਲੇਕਿਨ ਤੁਸੀਂ ਵੀ ਅੱਜ ਵੀ ਆਪਣੇ ਆਪ ਨੂੰ ਕਾਰਜਕਾਰੀ ਜਥੇਦਾਰ ਦੱਸ ਕੇ ਤੇ ਹੁਕਮਨਾਮੇ ਜਾਰੀ ਕਰ ਰਹੇ ਹੋ, ਆਦੇਸ਼ ਜਾਰੀ ਕਰ ਰਹੇ ਹੋ। ਇਹ ਤੇ ਸ਼੍ਰੋਮਣੀ ਕਮੇਟੀ ਦੀ ਭਲਮਾਨਸੀ ਆ ਵੀ ਤੁਸੀਂ ਅਕਾਲ ਤਖਤ ਦੇ ਜਿਹੜਾ ਪੈੜ ਆ ਉਹਦੀ ਦੁਰਵਰਤੋਂ ਕਰ ਰਹੇ ਹੋ। ਉਹ ਤੁਹਾਡੇ ਖਿਲਾਫ ਕਾਰਵਾਈ ਕਰ ਸਕਦੇ ਆ। ਅੱਛਾ ਜੀ। ਲੇਕਿਨ ਉਹ ਨਹੀਂ ਕਰ ਰਹੇ, ਕਦੇ ਚੁੱਪ ਕਰਕੇ ਵੇਖੋ ਤਮਾਸ਼ਾ ਕੀ ਬਣਦਾ। ਹੁਣ ਇਹਨਾਂ ਨੇ ਇੰਨੀ ਗੱਲ ਕਹੀ ਧਿਆਨ ਸਿੰਘ ਮੰਡ ਨੇ ਵੀ ਭਾਈ ਤੁਸੀਂ ਮੋਰਚਾ ਜਿਹੜਾ ਅਸੀਂ 1 ਜੂਨ 2018 ਨੂੰ ਬਰਗਾੜੀ ਵਾਲਾ ਲਾਇਆ ਸੀ, ਉਹਦੇ ਵਿੱਚ ਸਾਡੀਆਂ ਮੰਗਾਂ ਜਿਹੜੀਆਂ ਸੀ ਬਰਗਾੜੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਜਾਣ, ਬਹਿਬਲ ਕਲਾਂ ਤੇ ਕੋਟਕਪੂਰੇ ਦੇ ਦੋਸ਼ੀਆਂ ਨੂੰ ਫੜ ਕੇ ਅੰਦਰ ਦਿੱਤਾ ਜਾਵੇ, ਤੇ ਨਾ ਜਿਹੜੇ ਸਾਡੇ ਬੰਦੀ ਸਿੰਘ ਕਈ ਦਹਾਕਿਆਂ ਨੂੰ ਜੇਲ੍ਹਾਂ 'ਚ ਬੰਦ ਨੇ, ਸਜ਼ਾਵਾਂ ਪੂਰੀਆਂ ਕਰ ਚੁੱਕੇ ਨੂੰ ਰਿਹਾ ਕੀਤਾ ਜਾਵੇ ਜੀ। ਇਹ ਮੁੱਖ ਮੰਗਾਂ ਸੀ ਇਹਨਾਂ ਦੀਆਂ। ਉਹਦੇ ਵਿੱਚ ਇਸ ਮੋਰਚੇ ਨੂੰ ਬੜਾ ਬੂਸਟ ਮਿਲਿਆ। ਹਰ ਧਰਮ ਦੇ ਲੋਕ ਉੱਥੇ ਗਏ, ਉੱਥੇ ਹਿੰਦੂ ਵੀ ਗਏ, ਮੁਸਲਿਮ ਵੀ ਗਏ, ਈਸਾਈ ਵੀ ਗਏ, ਹਰ ਪ੍ਰਕਾਰ ਦੀਆਂ ਸੰਸਥਾਵਾਂ ਗਈਆਂ, ਸਮੁਦਾਇ ਗਏ, ਪਾਰਟੀਆਂ ਗਈਆਂ, ਸਾਰੇ ਗਏ ਉੱਥੇ ਜੀ। ਇੰਨਾ ਕੁ ਤਕੜਾ ਉਸ ਮੋਰਚੇ ਨੂੰ ਹੁੰਗਾਰਾ ਮਿਲਿਆ ਸੀ। ਲੇਕਿਨ ਇਹਨਾਂ ਨੇ 9 ਦਸੰਬਰ 2018 ਨੂੰ ਆਪਣੀ ਮਰਜ਼ੀ ਨਾਲ ਉਹ ਮੋਰਚਾ ਖਤਮ ਕਰ ਦਿੱਤਾ। ਉਸ ਟਾਈਮ ਤੇ ਪੰਜਾਬ ਦੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਜੀ ਤੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ, 3 ਵਿਧਾਇਕ ਕੁਲਬੀਰ ਸਿੰਘ ਜੀਰਾ, ਹਰਮਿੰਦਰ ਸਿੰਘ ਗਿੱਲ ਤੇ ਕੁਸ਼ਲਦੀਪ ਸਿੰਘ ਢਿੱਲੋਂ 3 ਨਾਲ ਸੀ ਜੀ। ਜਿੱਥੇ ਬਕਾਇਦਾ ਤੌਰ ਤੇ ਇਹਨਾਂ ਨੇ ਸਟੇਜ ਤੋਂ ਅਨਾਉਂਸ ਕੀਤਾ ਵੀ ਅਸੀਂ ਬਿਲਕੁਲ ਵਚਨਬੱਧ ਆ ਤੁਹਾਡੀਆਂ ਮੰਗਾਂ ਪੂਰੀਆਂ ਕਰਨ ਲਈ, ਸਾਨੂੰ ਸਮਾਂ ਦਿੱਤਾ ਜਾਵੇ, ਮੋਰਚਾ ਖਤਮ ਕੀਤਾ ਜਾਵੇ, ਜਲਦੀ ਤੁਹਾਡੀਆਂ ਮੰਗਾਂ ਅਸੀਂ ਕੁਝ ਥੋੜੇ ਸਮੇਂ 'ਚ ਪੂਰੀਆਂ ਕੀਤੀਆਂ ਜਾਣਗੀਆਂ ਜੀ। ਉਸ ਤੋਂ ਪਹਿਲਾਂ ਇੱਕ OSD ਜਾਂਦਾ ਵਾ ਸਰਦਾਰ ਕੈਪਟਨ ਅਮਰਿੰਦਰ ਸਿੰਘ ਦਾ, ਉਹਨਾਂ ਦੀ ਮੀਟਿੰਗ ਹੁੰਦੀ ਗੁਪਤ ਇਹਨਾਂ ਦੇ ਆਪਸ ਵਿੱਚ। ਅੱਛਾ ਜੀ। ਉਹਦੇ ਵਿੱਚ ਕੀ ਫੈਸਲਾ ਹੁੰਦਾ ਉਹ ਮੰਡ ਸਾਹਿਬ ਹੀ ਦੱਸ ਸਕਦੇ ਜੀ। ਹੁਣ ਜਦੋਂ ਮੰਡ ਸਾਹਿਬ ਇਹ ਆਪ ਮੰਨਦੇ ਆ ਵੀ ਸਾਡੀ ਗੱਲ ਜਿਹੜੀ ਸਿੱਧੀ ਮੁੱਖ ਮੰਤਰੀ ਨਾਲ ਹੈਗੀ ਸੀਗੀ, ਦਾਦੂਵਾਲ ਤੇ ਇਲਜ਼ਾਮ ਲੱਗੇ ਸੀ ਮੁੱਖ ਮੰਤਰੀ ਨੇ ਮਿਲਦਾ, ਕਹਿੰਦਾ ਸਾਡਾ ਮੁੱਖ ਮੰਤਰੀ ਵੀ ਹੈ ਤੇ ਮਿਲਦਾ ਕਿਉਂ ਰੁੱਝ ਗਿਆ, ਮਿਲਦੇ ਸੀ ਕਿਹੜੀ ਗੱਲ ਹੈਗੀ ਆ। ਜੇ ਤੁਹਾਡੀ ਮੁੱਖ ਮੰਤਰੀ ਨਾਲ ਗੱਲ ਚੱਲਦੀ ਹੈ ਤੇ ਹੁਣ ਉਹਨਾਂ ਨੂੰ ਜਦੋਂ ਬੁਲਾਇਆ ਗਿਆ ਸੀ 2 ਅਗਸਤ ਨੂੰ ਬਕਾਇਦਾ ਤੌਰ ਤੇ, ਉਹ ਮੰਤਰੀ ਤੇ ਵਿਧਾਇਕ ਉੱਥੇ ਆਏ ਨਹੀਂ। ਉਹਨਾਂ ਨੂੰ ਕਿਹਾ ਗਿਆ ਸੀ ਵੀ ਤੁਸੀਂ ਸਾਡੇ ਨੂੰ ਗੁੰਮਰਾਹ ਕੀਤਾ ਵਾ,
ਸਾਡੇ ਨਾਲ ਧੋਖਾ ਕੀਤਾ ਕਿਉਂ ਨਾ, ਤੁਹਾਡੇ ਖਿਲਾਫ ਜਿਹੜੀ ਮਰਿਆਦਾ ਅਨੁਸਾਰ ਕਾਰਵਾਈ ਕੀਤੀ ਜਾਵੇ। ਤੁਸੀਂ ਇਹਦੇ ਬਾਰੇ ਆਪਣਾ ਸਪਸ਼ਟੀਕਰਨ ਦਿਓ ਜੀ। ਉਹਨਾਂ ਪੰਜਾਂ ਨੂੰ ਪਹਿਲਾਂ 2 ਅਗਸਤ ਨੂੰ ਬੁਲਾਇਆ ਗਿਆ ਸੀ ਤੇ ਹੁਣ 11 ਅਗਸਤ ਨੂੰ ਅਕਾਲ ਤਖਤ ਤੇ ਬੁਲਾਇਆ ਗਿਆ। ਅੱਛਾ ਜੀ। ਉਹਨਾਂ ਨੇ ਅੱਗੋਂ ਪੱਤਰ ਲਿਖਿਆ, ਉਹਨਾਂ ਕਿਹਾ ਜੀ ਜਿਹੜੀ ਅਕਾਲ ਤਖਤ ਤੇ ਪੇਸ਼ੀ ਦੀ ਤੁਸੀਂ ਗੱਲ ਕਰਦੇ, ਉੱਥੇ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ਼੍ਰੋਮਣੀ ਕਮੇਟੀ ਜਿਹੜਾ ਨੋਮੀਨੇਟਡ ਜਥੇਦਾਰ ਨੇ ਉੱਥੇ ਜੀ, ਜਿਨ੍ਹਾਂ ਕੋਲ ਆਪਣਾ ਸਕੱਤਰੇਤ ਵੀ ਆ, ਜਿਨ੍ਹਾਂ ਕੋਲ ਅਕਾਲ ਤਖਤ ਦਾ ਪ੍ਰਬੰਧ ਆ, ਤੁਸੀਂ ਸਾਨੂੰ ਕਿਵੇਂ ਬੁਲਾ ਸਕਦੇ ਹੋ ਇੱਥੇ? ਜੀ ਚੰਗੀ ਗੱਲ ਆ ਵੀ ਆਪਾਂ ਕੋਈ ਤਣਾਅ ਪੈਦਾ ਕਰੀਏ, ਦੋਵਾਂ ਧਿਰਾਂ 'ਚ ਕੋਈ ਟਕਰਾਓ ਹੋਵੇ, ਉਸ ਟਕਰਾਓ ਨੂੰ ਛੱਡ ਕੇ ਮੰਡ ਸਾਹਿਬ ਤੁਸੀਂ ਕਿਸੇ ਆਪਣੇ ਹੋਰ ਗੁਰਦੁਆਰੇ ਬਾਹਰ ਰੱਖ ਲਓ, ਅਸੀਂ ਆ ਜਾਵਾਂਗੇ ਤੁਹਾਡੇ ਕੋਲੇ, ਕੋਈ ਗੱਲ ਨਹੀਂ, ਆਪਣਾ ਸਪਸ਼ਟੀਕਰਨ ਵੀ ਲੈ ਲਿਆਂਗੇ ਜੀ। ਲੇਕਿਨ ਤੁਸੀਂ ਗੁਰੂ ਸਾਹਿਬ ਦੀ ਹਜ਼ੂਰੀ 'ਚ ਇਹ ਗੱਲ ਜ਼ਰੂਰ ਕਹਿ ਦਿਓ ਕਿ ਸਾਡੀ ਸੀਐਮ ਨਾਲ ਕੋਈ ਗੱਲ ਨਹੀਂ ਹੋਈ। ਜਦੋਂ ਤੁਹਾਡੀ ਸਿੱਧੀ ਸੀਐਮ ਨਾਲ ਗੱਲ ਹੁੰਦੀ, ਅਸੀਂ ਤਾਂ ਸਿਰਫ ਰਸਮੀ ਤੌਰ ਤੇ ਗਏ ਸੀ ਉੱਥੇ, ਲੇਕਿਨ ਮੰਡ ਸਾਹਿਬ ਨੇ ਉਹਨਾਂ ਦੇ ਪੱਤਰ ਨੂੰ ਮੁੱਢੋਂ ਰੱਦ ਕਰਦਿਆਂ ਦੀ ਗੱਲ ਕਹਿਤੀ ਵੀ ਨਹੀਂ, ਅਕਾਲ ਤਖਤ ਦੀ ਕੋਈ ਮਰਿਆਦਾ ਹੁੰਦੀ, ਤੁਹਾਨੂੰ ਅਕਾਲ ਤਖਤ ਤੇ ਪੇਸ਼ ਹੋਣਾ ਪਊ। ਇਹ ਹੁਣ 11 ਤਰੀਕ ਨੂੰ ਵੇਖਦੇ ਆ ਵੀ ਜੇ ਉਹ ਮੰਤਰੀ ਆਉਂਦੇ ਤਾਂ ਉੱਥੇ ਸ਼੍ਰੋਮਣੀ ਕਮੇਟੀ ਦਾ ਇਹਨਾਂ ਪ੍ਰਤੀ ਕੀ ਰਵੱਈਆ ਹੋਊਗਾ, ਕਿ ਇਹ ਅੰਦਰ ਸੁਣਵਾਈ ਕਰਦੇ ਆ, ਬਾਹਰ ਸੁਣਵਾਈ ਕਰਦੇ ਆ, ਕੀ ਕਰਦੇ। ਲੇਕਿਨ ਇਕੱਲਾ ਤੁਸੀਂ ਇਕੱਲੇ ਜਥੇਦਾਰ ਰਹਿ ਗਏ ਹੋ, ਬਾਕੀ 4 ਬੰਦੇ ਬਹਾ ਕੇ ਤੇ ਗਿਆਨੀ ਪੂਰਨ ਸਿੰਘ ਨੇ ਹੁਕਮ ਜਾਰੀ ਕੀਤਾ ਸੀ ਗੁਨਾ ਤੋਂ, ਉਸ ਗੁਨੇ ਉਸ ਹੁਕਮ ਦੀ ਕੀ ਵੈਲਿਊ ਰਹਿ ਗਈ ਉੱਥੇ? ਇਸ ਕਰਕੇ ਮੰਡ ਸਾਹਿਬ ਪਹਿਲਾਂ ਆਪਣੀ ਜਥੇਦਾਰੀ ਮਜ਼ਬੂਤ ਕਰੋ, ਸ਼੍ਰੋਮਣੀ ਕਮੇਟੀ ਤੇ ਕਬਜ਼ਾ ਕਰੋ, ਉੱਥੋਂ ਬਕਾਇਦਾ ਤੌਰ ਤੇ ਜਥੇਬੰਦੀਆਂ ਕੋ ਆਪਣੇ ਆਪ ਨੂੰ ਮਾਨਤਾ ਦਿਓ ਵੀ ਵਾਕਿਆ ਮੈਂ ਜਥੇਦਾਰ ਹੈਗਾ ਜੀ। ਜਸਪ੍ਰੀਤ ਜੀ, ਸਿਰਫ ਭਾਈ ਰਣਜੀਤ ਸਿੰਘ ਜਥੇਦਾਰ ਇੱਕ ਜਾਏ ਹੋਏ ਨੇ ਜਿਨ੍ਹਾਂ ਦੀ ਤਾਜਪੁੱਛੀ ਜਦੋਂ ਹੋਈ ਸੀਗੀ, ਸੇਵਾ ਸਮਾਨ ਹੋਈ ਸੀ, ਦੁਨੀਆ ਭਰ ਦੀਆਂ ਜਿੱਥੇ ਜਥੇਬੰਦੀਆਂ ਆਈਆਂ ਸੀ ਤੇ ਕਈ ਘੰਟੇ ਉਹ ਤਾਜਪੁੱਛੀ ਚੱਲਦੀ ਰਹੀ ਸੀ। ਕੋਈ ਕਿਰਪਾਨ ਲੈ ਕੇ ਆਇਆ, ਕੋਈ ਸੋਨੇ ਦੇ ਮਿਆਨ ਦੀ ਲੈ ਕੇ ਆਇਆ, ਕੋਈ ਮੁੱਠਲੀ ਲੈ ਕੇ ਆਇਆ, ਕੋਈ ਲੋਈ ਲੈ ਕੇ ਆਇਆ, ਕੋਈ ਸਰੂਪਾ ਲੈ ਕੇ ਆਇਆ, ਬੜੇ ਜਿਹੜੇ ਚੀਜ਼ਾਂ ਲੈ ਕੇ ਆਏ ਸੀ ਉੱਥੇ। ਕਈ ਪੰਡਾਂ ਸ਼੍ਰੋਮਣੀ ਕਮੇਟੀ ਬੰਦ ਕੇ ਖੜੀਆਂ ਸਿੱਧ ਪ੍ਰਬੰਧੀਆਂ ਦੀਆਂ, ਆਪਣੀਆਂ ਸਰੂਪਿਆਂ ਦੀਆਂ ਤੇ ਲੋਈਆਂ ਦੀਆਂ। ਉਹ ਤਾਜਪੁਰ ਸੀ ਜਥੇਦਾਰ ਰਣਜੀਤ ਸਿੰਘ, ਜਿਹੜੀ ਜਥੇਦਾਰ ਅਕਾਲ ਤਖਤ ਦੀ ਸੀ। ਉਸ ਤੋਂ ਬਾਅਦ ਗਿਆਨੀ ਪੂਰਨ ਸਿੰਘ ਜਥੇਦਾਰ ਬਣਿਆ, ਸਰਕਟ ਹਾਊਸ ਜਥੇਦਾਰ, ਇਹ ਵੀ ਇਤਿਹਾਸ ਆ। ਅਕਾਲ ਤਖਤ ਦੀ ਤਾਜਪੋਸ਼ੀ ਤੇ ਅਕਾਲ ਤਖਤ ਦੀ ਨਿਯੁਕਤੀ ਜਿਹੜੀ ਬਕਾਇਦਾ ਅਕਾਲ ਤਖਤ ਤੇ ਹੁੰਦੀ, ਨਾ ਕਿ ਸਰਕਟ ਹਾਊਸ ਦੇ ਵਿੱਚ। ਉਹ ਸਰਕਟ ਹਾਊਸ ਜਥੇਦਾਰ ਬਣਾਏ ਗਏ ਤੇ ਅਗਲੇ ਦਿਨ ਹੈੱਡ ਗ੍ਰੰਥੀ ਦਰਬਾਰ ਸਾਹਿਬ ਨੇ ਸਰੂਪਾ ਦੇਣ ਤੋਂ ਟੋਟਲੀ ਇਨਕਾਰ ਕਰਤਾ ਸੀਗਾ। ਉਹਨੇ ਕਿਹਾ ਸੀ ਮੈਂ ਇਸ ਜਥੇ ਨੂੰ ਮਾਨਤਾ ਦਿੰਦਾ ਨਹੀਂ, ਇਹ ਸੰਗਤ ਦਾ ਜਥੇਦਾਰ ਨਹੀਂ, ਇਹ ਸਰਕਾਰ ਦਾ ਜਥੇਦਾਰ ਜੀ। ਇਹ ਸਾਡੀ ਇੱਕ ਮਰਿਆਦਾ ਵਾ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਹੈੱਡ ਗ੍ਰੰਥੀ ਜਿੰਨਾ ਚਿਰ ਕਿਸੇ ਨੂੰ ਸਰੂਪਾ ਦੇ ਕੇ ਗ੍ਰੰਥੀ ਨੂੰ ਕਿਸੇ ਜਥੇਦਾਰ ਨੂੰ ਮਾਨਤਾ ਨਹੀਂ ਦਿੰਦਾ, ਉਹਨਾਂ ਚਿਰ ਉਹਨੂੰ ਮਾਨਤਾ ਨਹੀਂ ਮਿਲਦੀ ਜੀ। ਉਹਨਾਂ ਉਦੋਂ ਐਡੀਸ਼ਨਲ ਹੈੱਡ ਗ੍ਰੰਥੀ ਨੂੰ ਸਰੂਪਾ ਦਵਾ ਕੇ ਉਹਨੂੰ ਮਾਨਤਾ ਦਿੱਤੀ ਸੀ। ਚੰਦ ਬੰਦੇ ਆਏ ਸੀ ਤਾਜਪੁੱਛੀ, ਲੇਕਿਨ ਉਹ ਸਾਲ ਨਹੀਂ ਸ਼ੁਰੂ ਕਰ ਪਰ ਜੀ। ਪੱਟੀ ਸਾਹਿਬ, ਸਿੱਖ ਸਦਭਾਵਨਾ ਦਲ ਦਾ ਤੀਸਰਾ ਜੱਥਾ ਜਿਹੜਾ ਪੁਲਿਸ ਨੇ ਰੋਕ ਲਿਆ, ਉਹ ਵੀ ਇਹਦੇ ਨਾਲ ਹੀ ਕਰ ਦਿਓ ਜੀ। ਜੀ ਉਹ ਵੀ ਕਰਦੇ ਜੀ। ਹੁਣ ਮੇਰਾ ਕਹਿਣ ਤੋਂ ਭਾਵ ਮੰਡ ਸਾਹਿਬ, ਜੇ ਤੁਹਾਨੂੰ ਪ੍ਰਵਾਨਗੀ ਨਹੀਂ ਮਿਲੀ ਸੰਸਥਾਵਾਂ ਤੋਂ, ਤੁਹਾਨੂੰ ਅਕਾਲ ਤੱਕ ਤੁਹਾਨੂੰ ਤੁਸੀਂ ਕਰਦੇ ਹੋ ਸਰਬੱਤ ਖਾਲਸਾ ਦੀ ਗੱਲ ਕਰਦੇ ਹੋ, ਤੁਸੀਂ ਕਿੰਨੀ ਵਾਰੀ ਫੜੇਗੇ ਉਸ ਤੋਂ ਬਾਅਦ ਜੀ? ਜਥੇਦਾਰ ਦੀ ਕੀ ਵੈਲਿਊ ਰਹੇਗੀ? ਜਥੇਦਾਰ ਨੂੰ ਜੇ ਪੁਲਿਸ ਗ੍ਰਿਫਤਾਰ ਕਰਨ ਆਵੇ ਤੇ 100 ਵਾਰੀ ਸੋਚਦੀ ਆ, ਤੇ ਤੁਹਾਨੂੰ ਤੇ ਮਿੰਟੋ ਮਿੰਟੀ ਗ੍ਰਿਫਤਾਰ ਕਰ ਦਿੱਤਾ ਸ਼ਗਲੇ ਜੀ। ਇਸ ਕਰਕੇ ਉਹਨਾਂ ਮੰਤਰੀਆਂ ਦੀ ਗੱਲ ਬਿਲਕੁਲ ਠੀਕ ਆ। ਪਹਿਲੀ ਗੱਲ, ਤੁਸੀਂ ਜਥੇਦਾਰ ਮਾਨਤਾ ਪ੍ਰਾਪਤ ਨਹੀਂ। ਦੂਸਰੀ ਗੱਲ, ਫਿਰ ਵੀ ਅਸੀਂ ਤੁਹਾਡੀ ਕਦਰ ਕਰਦੇ ਆ। ਤੀਸਰੀ ਗੱਲ, ਤੁਸੀਂ ਅਕਾਲ ਤਖਤ ਤੋਂ ਬਾਅਦ ਕਿਸੇ ਹੋਰ ਗੁਰਦੁਆਰੇ ਬਾਹਰ ਰੱਖ ਲਓ, ਤੁਹਾਡੇ ਪੇਸ਼ ਹੋ ਜਾਣਗੇ। ਜਿਹੜੀ ਗੱਲ ਕਰਨੀ ਕਰ ਲਿਓ, ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਜੀ। ਹੁਣ ਅਗਲੀ ਗੱਲ ਕਰਦੇ ਸਿੱਖ ਸਦਭਾਵਨਾ ਦਲ ਦੀ ਜੀ। ਸਿੱਖ ਸਦਭਾਵਨਾ ਦਲ ਦੇ ਮੁਖੀ ਨੇ ਭਾਈ ਬਲਦੇਵ ਸਿੰਘ ਵਡਾਲਾ, ਜਿਹੜੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਹੁੰਦੇ ਸੀ ਜੀ। ਉਹਨਾਂ ਨੇ ਨੁਕਤਾਚੀਨੀ ਕੀਤੀ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਕਿ ਬਰਗਾੜੀ ਦੀ ਜਿਹੜੀ ਕਾਂਡ ਹੈ ਉਹਦਾ ਜਨਮਦਾਤਾ ਜਿਹੜੀ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜੀ। ਇੱਕ ਇਹਨਾਂ ਦੀ ਜਿਹੜੀ MS1 ਸੀ ਕਿ ਜਿਹੜੀ ਫਿਲਮ ਆਈ ਸੀ ਜੀ, ਉਹ ਬਕਾਇਦਾ ਤੌਰ ਤੇ ਮੁਕਤਸਰ ਇੱਕ ਅਕਾਲੀ ਆਗੂ ਦੇ ਸਿਨੇਮੇ 'ਚ ਵਿਖਾਈ ਗਈ। ਸਾਰੇ ਅਕਾਲੂਆਂ ਨੇ ਲਿਖੀ ਤੇ ਬਕਾਇਦਾ ਤੌਰ ਤੇ ਅਖਬਾਰ 'ਚ ਖਬਰ ਲੱਗੀ ਸੀ। ਗੁਰੂ ਜੀ ਨੇ ਬੜਾ ਸੋਹਣਾ ਰੋਲ ਕੀਤਾ ਜੀ ਦੇ ਵਿੱਚ। ਅੱਛਾ ਜੀ। ਹੁਣ ਉਹ ਅਕਾਲੀ ਅੱਜ MLA ਦੱਸਿਆ ਕਿ ਸਪਸ਼ਟ ਕਰੇ ਸੰਗਤ ਨੂੰ ਵੀ ਤੂੰ ਬਿਆਨ ਦਿੱਤਾ ਹੈ।
ਜੇ ਨਹੀਂ ਦਿੱਤਾ ਤੇ ਅਖਬਾਰ ਦੇ ਖਿਲਾਫ ਤੂੰ ਕਾਰਵਾਈ ਕਿਉਂ ਨਹੀਂ ਕੀਤੀ ਅਜੇ ਤੱਕ? ਜੀ ਇਸ ਕਰਕੇ ਸਿੱਖ ਸਦਭਾਵਨਾ ਦਲ ਨੇ ਜਿਹੜੀ ਗੱਲ ਕੀਤੀ, ਮੁੜ ਕੇ ਸੰਕਟ ਦੇ ਬਦਲ ਉਹਦੀ ਨੌਕਰੀ ਤੇ ਮਟਰਾਉਣ ਲੱਗੇ ਤੇ ਉਹ ਆਪ ਹੀ ਪਾਸੇ ਛੱਡ ਕੇ ਹੋ ਗਿਆ, ਕਹਿੰਦਾ ਜੋ ਕਰਨਾ ਕਰ ਲਓ, ਮੈਂ ਚੱਲਿਆ। ਅੱਛਾ ਜੀ। ਉਹਨੇ ਸਿੱਖ ਸਦਭਾਵਨਾ ਦਲ ਬਣਾਇਆ, ਉਹ ਦਲ ਦੇ ਤਹਿਤ ਉਹਨੇ ਕਈ ਕਾਰਵਾਈਆਂ ਕੀਤੀਆਂ ਤੇ ਹੁਣ ਉਹਦੀ ਇੱਕੋ ਹੀ ਮੰਗ, ਉਹ ਕਹਿੰਦਾ ਮੈਂ ਬਿਲਕੁਲ ਤੁਹਾਡੇ ਖਿਲਾਫ ਦੀ, ਤੁਸੀਂ ਜੋੜਾ ਘਰ ਬਣਾਓ, ਤੁਸੀਂ ਗਠੜੀ ਘਰ ਬਣਾਓ, ਤੁਸੀਂ ਬਕਾਇਦਾ ਤੌਰ ਤੇ ਉੱਥੇ ਪਾਰਕਿੰਗ ਬਣਾਓ, ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ, ਲੇਕਿਨ ਜਿਹੜੀ ਸਾਡੀ ਵਿਰਾਸਤ ਨਿਕਲੀ ਆ ਸਾਨੂੰ ਇਹ ਦੱਸ ਦਿਓ ਉਹਦਾ ਹੁਣ ਤੱਕ ਤੁਸੀਂ ਕੀ ਕੀਤਾ। ਪਹਿਲਾਂ ਚਾਹੀਦਾ ਸੀ ਉਹਨੂੰ ਠੀਕ ਠਾਕ ਕਰਕੇ ਉਹਨੂੰ ਬਕਾਇਦਾ ਤੌਰ ਤੇ ਵਿਰਾਸਤ ਡਿਕਲੇਅਰ ਕਰ ਦਿਓ ਜੀ, ਉਹਦੀ ਸੇਵਾ ਸੰਭਾਲ ਕਰਦੇ ਹੋ ਤਾਂ ਤੁਸੀਂ ਛੱਡਤੀ ਉੱਥੇ ਹੀ ਉਹਨੂੰ, ਬਾਕੀ ਕੰਮ ਆਪਣਾ ਕੰਮ ਕਰੀ ਜਾ ਰਹੇ ਹੋ। ਦੂਸਰੀ ਚੀਜ਼, ਉਹ 275 ਦਿਨਾਂ ਤੋਂ 328 ਸਰੂਪ ਜਿਹੜੇ ਗੁੰਮ ਕੀਤੇ ਗਏ ਉਹਨਾਂ ਦੀ ਪੁੱਛ ਪੜਤਾਲ ਵਾਸਤੇ ਕਹਿੰਦਾ ਤੁਹਾਨੂੰ ਦੱਸ ਦਿਓ ਕਿੱਥੇ ਗਏ ਨੇ ਜੀ, ਅਸੀਂ ਜਾ ਕੇ ਵੇਖ ਲਈਏ ਠੀਕ ਠਾਕ ਨੇ ਗੁਰੂ ਸਾਹਿਬ ਦੇ ਸਰੂਪ ਜਿੱਥੇ ਗਏ, ਉਹ ਮੋਰਚਾ ਲਾ ਕੇ ਬੈਠਾ ਵਾ। ਤੀਸਰੀ ਚੀਜ਼ ਉਹਨੇ ਕਹੀ ਵੀ ਜਿਹੜੀ ਗੁਰੂ ਰਾਮਦਾਸ ਸਰਾਂ ਸਾਡੀ ਇਤਿਹਾਸਕ ਸਰਾਂ ਵਾ, ਸਾਡੀ ਵਿਰਾਸਤ ਆ, 1931 ਚ ਬਣੀ ਸੀ, 90 ਸਾਲ ਹੋ ਗਏ ਇਹਨੂੰ ਬਣੀ, ਇਹਨੂੰ ਢਾਉਣ ਦੇ ਬਜਾਏ ਇਹਨੂੰ ਐਜ ਏ ਵਿਰਾਸਤ ਸੰਭਾਲਿਆ ਜਾਵੇ। ਲੇਕਿਨ ਬੀਬੀ ਜਗੀਰ ਕੌਰ ਦਿਲ ਮੈਂ ਢਾਉਣੀ ਜੋ ਮਰਜ਼ੀ ਕਰ ਲਓ ਤੁਸੀਂ ਜੀ। ਨਾਲ ਉਹਨਾਂ ਦੇ ਭੂਰੀ ਵਾਲੇ ਬਾਬਾ ਕਸ਼ਮੀਰਾ ਸਿੰਘ ਰਲੇ ਨੇ। ਇਸ ਕਰਕੇ ਸਿੱਖ ਸਦਭਾਵਨਾ ਦਲ ਨੇ ਕਿਹਾ ਸੀ ਵੀ ਸਾਡਾ 11 ਬੰਦੇ ਦਾ ਜੱਥਾ ਜਿਹੜਾ ਵਾ ਉਹ 5 ਤਰੀਕ ਤੋਂ ਜਾਏਗਾ, ਤੇ ਅੱਜ ਉਹਨਾਂ ਦਾ ਤੀਸਰਾ ਜੱਥਾ ਗਿਆ ਸੀ, ਲੇਕਿਨ ਪੁਲਿਸ ਨੇ ਉਹ ਵੀ ਰਸਤੇ 'ਚ ਰੋਕ ਲਿਆ ਜੀ। ਔਰ ਉਹਨਾਂ ਨੇ ਜੇ ਅਨਾਉਂਸਮੈਂਟ ਕੀਤੀ ਵੀ ਜਿੰਨੀਆਂ ਵੀ ਸੰਗਤਾਂ ਹੈਗੀਆਂ ਗੁਰੂ ਗ੍ਰੰਥ ਦੇ ਗੁਰੂ ਪੰਥ ਨੂੰ ਜਿਹੜੀਆਂ ਪਿਆਰ ਕਰਦੀਆਂ ਨੇ, ਜਿਹੜੀ ਨਿਸ਼ਕਾਮ ਸੇਵਾ ਕਰਦੀਆਂ ਨੇ, ਉਹ ਬਕਾਇਦਾ ਤੌਰ ਤੇ ਸਮੂਹ ਤੇ ਸ਼ਾਮਲ ਹੋ। ਤੇ ਅੱਜ ਅਸੀਂ 11 ਜੱਥਾ ਸੀ, 11 ਸੋਧਕ ਜੱਥਾ ਜਾਵਾਂਗੇ ਲੋੜ ਪਈ ਜੀ। ਲੇਕਿਨ ਉਹਨਾਂ ਨੇ ਇੱਕੋ ਮੰਗ ਕੀਤੀ ਆ ਵੀ ਜਿਹੜੀਆਂ ਇੱਟਾਂ ਇੱਥੋਂ ਨਾਨਕਸ਼ਾਹੀ ਇੱਟਾਂ ਕੱਢ ਕੇ ਤੁਸੀਂ ਨਹਿਰ ਤੇ ਸੁੱਟ ਦਿੱਤੀਆਂ, ਬਾਬਾ ਜੀ ਇਹ ਗੱਲ ਯਾਦ ਰੱਖਿਓ, ਜਦੋਂ ਗੁਰਦੁਆਰਾ ਸ੍ਰੀ ਤਰਨਤਾਰਨ ਸਾਹਿਬ ਦੀਆਂ ਇੱਟਾਂ ਚੁੱਕ ਕੇ ਲੈ ਗਿਆ ਸੀ ਨੂਰਦੀਨ, ਆਪਣੀ ਜਾ ਕੇ ਟਾਰੀ ਨੂੰ ਲਾ ਲਿਆ ਸੀ, ਤੇ ਮੁੜ ਕੇ ਜੱਸਾ ਸਿੰਘ ਰਾਮਗੜ੍ਹੀ ਪਤਾ ਲੱਗਾ ਸੀ ਤੇ ਉਹਨੇ ਟਾਰੀ ਢਾਤੀ ਸੀ ਜਾ ਕੇ ਜੀ, ਵੀ ਇਹਨੂੰ ਜਿਹੜੀ ਇੱਟ ਲੱਗੀ ਹੈ ਇਹ ਗੁਰੂ ਘਰ ਦੀ ਲੱਗੀ, ਇਹਦੀ ਰਹਿ ਸਕਦੀ। ਇਸ ਕਰਕੇ ਅਸੀਂ ਉਹ ਇੱਟਾਂ ਇਕੱਠੀਆਂ ਕਰਾਂਗੇ, ਉਹ ਲਿਆਵਾਂਗੇ, ਉਹਨਾਂ ਦੀ ਵਰਤੋਂ ਕਰਾਂਗੇ। ਨਾਨਕਸ਼ਾਹੀ ਇੱਟ ਸਾਡੀ ਜਿਹੜੀ ਆ ਉਹ ਇਤਿਹਾਸਕ ਇੱਟ ਆ, ਤੁਸੀਂ ਉਹਨੂੰ ਸੁੱਟ ਨਹੀਂ ਸਕਦੇ, ਬਰਬਾਦ ਨਹੀਂ ਕਰ ਸਕਦੇ ਜੀ। ਇਸ ਕਰਕੇ ਉਹਨਾਂ ਨੇ ਨਿਗਲ ਕਹਿ ਦਿੱਤੀ ਆ ਵੀ ਅੱਜ 11 ਜੱਥੇ ਆ, ਤੀਸਰਾ ਜੱਥਾ ਗਿਆ ਸੀ, ਕੱਲ ਵੀ ਜੱਥਾ ਜਾਊਗਾ, ਲੋੜ ਪਈ ਤੇ ਅਸੀਂ 1100 ਦਾ ਜੱਥਾ ਵੀ ਜਾਵਾਂਗੇ ਜੀ। ਅੱਛਾ ਜੀ ਜੀ। ਤੇ ਇਸ ਦੇ ਨਾਲ ਹੀ ਹੁਣ ਆਪਾਂ ਅਗਲੀ ਖਬਰ ਲੈਣੀ ਚਾਹਾਂਗੇ ਬੀਬੀ ਜਗੀਰ ਕੌਰ ਦੀ, ਜਿਨ੍ਹਾਂ ਨੇ ਕਿਹਾ ਕਿ ਕਰਤਾਰਪੁਰ ਦਾ ਲਾਂਘਾ ਖੋਲ੍ਹਣ ਦੇ ਨਾਲ ਨਾਲ ਨਨਕਾਣਾ ਸਾਹਿਬ ਦਾ ਵੀ ਜਿਹੜਾ ਲਾਂਘਾ ਖੋਲ੍ਹਿਆ ਜਾਵੇ। ਜਿਹੜੀ ਪਹਿਲੀ ਗੱਲ ਤੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਦੀ ਗੱਲ ਕਰਦੇ ਆ ਜੀ, ਤੁਹਾਨੂੰ ਪਤਾ ਜਦੋਂ ਪਾਕਿਸਤਾਨ ਗਏ ਸੀ ਇਮਰਾਨ ਦੀ ਤਾਜਪੋਸ਼ੀ ਦੇ ਵਿੱਚ, ਉਹਨਾਂ ਦੇ ਦੋਸਤ ਨਵਜੋਤ ਸਿੰਘ ਸਿੱਧੂ ਜੀ, ਉਸ ਟਾਈਮ ਤੇ ਜਦੋਂ ਇਹ ਪਿੱਛੇ ਬੈਠੇ ਸੀਗੇ ਤੇ ਇਹਨਾਂ ਦਾ ਨਾਂ ਲਿਖਿਆ ਸੀ ਪਹਿਲੀ ਕਤਾਰ ਦੇ ਵਿੱਚ ਜੀ। ਬਕਾਇਦਾ ਤੌਰ ਤੇ ਪ੍ਰਬੰਧਕ ਇਹਨਾਂ ਨੂੰ ਆਏ ਵੀ ਤੁਹਾਡਾ ਪਹਿਲੀ ਕਤਾਰ 'ਚ ਨਾਂ ਲਿਖਿਆ, ਤੁਸੀਂ ਪਿੱਛੇ ਨਹੀਂ ਬੈਠ ਸਕਦੇ, ਅੱਗੇ ਚਲੋ, ਤੁਹਾਡਾ ਸਬੂਤ ਲੱਗੀ। ਅੱਛਾ ਜੀ। ਜਦੋਂ ਇਹ ਅਗਲੀ ਕਤਾਰ 'ਚ ਬੈਠਣ ਵਾਸਤੇ ਜਾ ਰਹੇ ਸੀ ਤੇ ਅਗਲੇ ਪਾਸੇ ਜਨਰਲ ਬਾਜਵਾ ਇਹਨਾਂ ਨੂੰ ਮਿਲ ਗਏ, ਜਿਹੜੇ ਉੱਥੇ ਫੌਜ ਦੇ ਮੁਖੀ ਹੈ। ਬਿਲਕੁਲ ਜੀ। ਔਰ ਉਹਨਾਂ ਨੇ ਕਿਹਾ ਵੀ ਅਸੀਂ ਕੋਈ ਵੱਡਾ ਤੁਹਾਨੂੰ ਤੋਹਫਾ ਦੇਣਾ ਚਾਹੁੰਦੇ ਸਿੱਧੂ ਸਾਹਿਬ। ਉਹਨਾਂ ਦੱਸੋ ਕੀ ਦਿਓਗੇ? ਅਸੀਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਣ ਦਾ ਫੈਸਲਾ ਕਰ ਲਿਆ। ਤੇ ਇਹਨੇ ਕੋ ਖੁਸ਼ੀ ਚ ਹੋਏ ਵੀ ਉਹਨਾਂ ਜੱਫੀ ਪਾ ਲਈ, ਤੋਂ ਜੱਫੀ ਜਿਹੜੀ ਸੀ ਇਹਨਾਂ ਦੀ ਸਿਰਦਰਦੀ ਬਣ ਗਈ ਜੀ। ਚੰਗੇ ਕੰਮ ਵਾਸਤੇ ਜੱਫੀ ਪਾਈ ਸੀ, ਮਾੜੇ ਕੰਮ ਵਾਸਤੇ ਨਹੀਂ ਪਾਈ। ਬੰਦਾ ਵੈਸੇ ਹਰ ਕੋਈ ਬੰਦਾ ਭਾਵੁਕ ਹੋ ਜਾਂਦਾ, ਯਾਰ ਏਡੀ ਵੱਡੀ ਪ੍ਰਾਪਤੀ ਸਾਡੀ ਕਰਤਾਰ 1947 ਦੀ ਮੰਗ ਕਰਦੇ ਆ, ਇਸੇ ਨੂੰ ਜੇ ਮਿਲਦਾ ਤਾਂ ਮਾੜੀ ਗੱਲ ਕੀ ਹੈ ਜੀ। ਲੇਕਿਨ ਉਸ ਲਾਂਘੇ ਦੇ ਵਿਰੋਧ ਜਿਹੜਾ ਸੀ ਕੈਪਟਨ ਅਮਰਿੰਦਰ ਸਿੰਘ ਨੇ ਡਟ ਕੇ ਕੀਤਾ ਸੀ, ਬੀਬੀ ਹਰਸਿਮਰਤ ਬਾਦਲ ਨੇ ਕੀਤਾ ਸੀ, ਜਿਹੜਾ ਬੀਜੇਪੀ ਨੇ ਕੰਮ ਕਰਨਾ ਸੀ ਉਹ ਇਹਨਾਂ ਕੀਤਾ ਜੀ। ਬਿਲਕੁਲ ਜੀ। ਲੇਕਿਨ ਲਾਂਘਾ ਖੁੱਲ ਗਿਆ ਜੀ, ਚੰਗੀ ਗੱਲ। ਕਰੋਨਾ ਕਰਕੇ ਲਾਂਘਾ ਬੰਦ ਹੋਇਆ। ਪਿੱਛੇ ਜੇ ਖਬਰ ਆਈ ਸੀ ਵੀ ਉੱਥੋਂ ਦੇ ਪ੍ਰਾਈਮ ਮਿਨਿਸਟਰ ਨੇ ਕਹਿਤਾ ਵੀ ਅਸੀਂ ਤਿਆਰ ਆ, ਭਾਰਤ ਵਾਲੇ ਪਾਸੋਂ ਤਿਆਰ ਹੋ, ਸਾਨੂੰ ਕੋਈ ਗੱਲ ਨਹੀਂ, ਕਰੋਨਾ ਅਸੀਂ ਚੈੱਕ ਕਰਕੇ ਭੇਜਾਂਗੇ, ਚੈੱਕ ਕਰਕੇ ਬੰਦੇ ਹੋਣਗੇ, ਚੈੱਕ ਕਰਕੇ ਵਾਪਸ ਆ ਜੀ। ਲੇਕਿਨ ਜਿੰਨੀ ਉਹਨਾਂ ਦੀ ਆਸ ਸੀ,
ਜਿੰਨਾ ਵੱਡਾ ਉੱਥੇ ਪ੍ਰੋਜੈਕਟ ਲਾਉਣਾ ਚਾਹੁੰਦੇ ਸੀ, 800 ਏਕੜ 'ਚ ਪ੍ਰੋਜੈਕਟ ਲਾਉਣਾ ਸੀ, ਲੇਕਿਨ ਉਹਨਾਂ ਦੀ ਆਸ ਤੇ ਪੂਰਾ ਬੂਰ ਨਹੀਂ ਪਿਆ ਕਿ ਉਹਨਾਂ 5000 ਜੱਥੇ ਦੀ ਪ੍ਰਵਾਨਗੀ ਦਿੱਤੀ ਸੀ ਜੀ। ਤੇ ਬੰਦਾ 500 ਨਹੀਂ ਸੀ ਜਾਂਦਾ, 700 ਨਹੀਂ ਜਾਂਦਾ, 1000 ਨਹੀਂ ਜਾਂਦਾ, ਵੱਧ ਤੋਂ ਵੱਧ 2500 ਬੰਦਾ ਗਿਆ, ਵੱਧ ਤੋਂ ਵੱਧ ਜੀ। ਹੁਣ ਹੋਇਆ ਕੀ, ਜਦੋਂ ਕਰੋਨੇ ਕਰਕੇ ਬੰਦ ਹੋ ਗਿਆ ਤੇ ਕੱਲ ਮੈਂ ਸੁਣਿਆ, ਮੈਂ ਨਹੀਂ ਪੜਿਆ, ਮੈਂ ਸੁਣਿਆ ਕਿ ਤੋਂ ਵੀ ਕਹਿੰਦੇ ਉੱਥੋਂ ਦੀ ਮਿਨਿਸਟਰ ਹੈਗੀ ਸੀ, ਉਹਨੇ ਕਹਿ ਦਿੱਤਾ ਜੀ ਕਰਤਾਰਪੁਰ ਦਾ ਲੰਘ ਇਸ ਕਰਕੇ ਬੰਦ ਕੀਤਾ ਕਰੋਨਾ ਕਰਕੇ ਜੀ। ਉਦੋਂ ਬਿਆਨ ਆਇਆ ਸੀ, ਗੱਲ ਉਹ ਸਹੀ ਸੀ ਕਿ ਸਹੀ, ਸਾਨੂੰ ਨਹੀਂ ਪਤਾ ਇਸ ਗੱਲ ਦਾ, ਲੇਕਿਨ ਇਹਦੇ ਉੱਤੇ ਜਥੇਦਾਰ ਅਕਾਲ ਤਖਤ ਵੀ ਮੰਗ ਕਰ ਚੁੱਕੇ ਨੇ ਵੀ ਜੇ ਸਾਡੇ ਹਿੰਦੁਸਤਾਨ ਦੇ ਵਿੱਚ ਬਾਕੀ ਸਾਰੇ ਧਾਰਮਿਕ ਸਥਾਨ ਖੁੱਲ ਸਕਦੇ ਆ ਜੀ, ਬਿਲਕੁਲ ਮੰਗ ਜਾਇਜ਼ ਉਹਨਾਂ ਦੀ, ਤੇ ਫਿਰ ਕਰਤਾਰਪੁਰ ਸਾਹਿਬ ਲੰਘਾ ਕੋਈ ਨਹੀਂ ਖੁੱਲ ਸਕਦਾ। ਬਿਲਕੁਲ ਜੀ। ਲੇਕਿਨ ਦੋ ਗੱਲਾਂ ਤੁਹਾਨੂੰ ਦੱਸ ਦਿਆਂ, ਜਿਹੜੇ ਪਿਛਲੇ 2 ਜਥੇ ਜਾਣੇ ਸੀ ਉਹ ਪਾਕਿਸਤਾਨ ਦੀ ਸਰਕਾਰ ਨੇ ਆਪ ਕਹਿ ਦਿੱਤਾ ਸੀ ਕਿ ਕਰੋਨਾ ਕਰਕੇ, ਕਰੋਨਾ ਦੀ ਮਾਰ ਬਹੁਤ ਜ਼ਿਆਦੀ, ਆਪਾਂ ਇਹ ਰਿਸਕ ਨਾ ਲਈਏ, ਇਸ ਕਰਕੇ ਜਥੇ ਦੀ ਆਗਿਆ ਅਸੀਂ ਨਹੀਂ ਦਿੰਦੇ ਜੀ। ਠੀਕ, ਉਹਨਾਂ ਦੀ ਮਰਜ਼ੀ ਜੀ। ਪਹਿਲ ਕਦਮੀ ਜਥੇਦਾਰ ਅਕਾਲ ਤਖਤ ਨੇ ਕਿਹਾ, ਬੀਬੀ ਜਗੀਰ ਕੌਰ ਨੇ ਕਿਹਾ, ਹੋਰ ਵੀ ਸੰਸਥਾਵਾਂ ਨੇ ਕਿਹਾ ਕਿ ਇਹ ਪਹਿਲ ਕਦਮੀ ਹੋਣੀ ਚਾਹੀਦੀ, ਕਰਤਾਰਪੁਰ ਸਾਹਿਬ ਦਾ ਲੰਘਾ ਖੁੱਲਣਾ ਚਾਹੀਦਾ ਜੀ। ਬਾਬੇ ਨਾਨਕ ਦੇ ਪੈਰੋਕਾਰ ਜਿਹੜੇ 3-4 ਕਰੋੜ ਸਿੱਖ ਨਹੀਂ ਹੈਗੇ, ਬਾਬੇ ਨਾਨਕ ਦੇ ਪੈਰੋਕਾਰ 16 ਕਰੋੜ ਲੋਕ ਨੇ ਦੁਨੀਆ ਭਰ ਦੇ ਵਿੱਚ ਜੀ, ਜਿਹੜੇ ਉੱਥੇ ਅਕਸਰ ਮੱਥਾ ਟੇਕਣ ਅੱਜ ਵੀ ਆਉਂਦੇ ਰਹਿੰਦੇ। ਹੁਣ ਉਹ ਲਾਂਘੇ ਬਾਰੇ ਬੀਬੀ ਜਗੀਰ ਕੌਰ ਨੇ ਬਿਆਨ ਦਿੱਤਾ ਤੇ ਨਾਲ ਕਹਿੰਦਾ ਵੀ ਨਨਕਾਣਾ ਸੀ ਤਾਂ ਲਾਂਘਾ ਖੋਲ੍ਹਿਆ ਜਾਵੇ ਜੀ। ਬਿਲਕੁਲ ਠੀਕ ਹੈ ਬੀਬੀ ਜੀ, ਖੁੱਲਣਾ ਚਾਹੀਦਾ ਵਾ, ਲੇਕਿਨ ਤੁਹਾਡੀ ਸਰਕਾਰ ਰਹੀ ਆ, ਤੁਸੀਂ ਹਿੱਸੇਦਾਰ ਰਹੇ ਸੈਂਟਰ ਦੇ ਵਿੱਚ ਬੀਜੇਪੀ ਨਾਲ, ਤੁਸੀਂ ਕਿੰਨਾ ਚਿਰ ਘੱਟੋ ਘੱਟ ਤੁਹਾਡੀ ਸਰਕਾਰ ਨਾਲ 15 ਸਾਲ ਸਾਂਝ ਰਹੀ ਹੈ ਜੀ। ਪੰਜਾਬ 'ਚ ਤੁਹਾਡੀ ਸਰਕਾਰ ਤੇ ਸੈਂਟਰ ਤੁਹਾਡੀ ਭਾਈਵਾਲੀ, ਤੁਸੀਂ ਉਦੋਂ ਕੋਈ ਨਹੀਂ ਗੱਲ ਚੁੱਕੀ ਉਹਨੇ ਜੀ। ਬਿਲਕੁਲ ਜੀ। ਨਵਾਜ਼ ਸ਼ਰੀਫ ਦੇ ਨਾਲ ਜਿਹੜੇ ਸਬੰਧ ਸੀ ਵਾਜਪਾਈ ਸਾਹਿਬ ਦੇ ਬਹੁਤ ਚੰਗੇ ਸੀ, ਸਖਾਵੇਂ ਸਬੰਧ ਸੀਗੇ ਜੀ। ਤੇ ਨਵਾਜ਼ ਸ਼ਰੀਫ ਜਦੋਂ ਇੱਥੇ ਇੰਡੀਆ ਚ ਆਏ ਸੀ, ਜਾਤੀ ਉਮਰਾ ਪਿੰਡ ਜਿਹੜਾ ਅੰਮ੍ਰਿਤਸਰ, ਅੱਜ ਕੱਲ੍ਹ ਤਰਨਤਾਰਨ ਚਲੇ ਗਿਆ, ਪਹਿਲਾਂ ਅੰਮ੍ਰਿਤਸਰ ਚ ਹੁੰਦਾ ਸੀ। ਅੱਛਾ ਜੀ। ਤਰਨਤਾਰਨ ਜ਼ਿਲ੍ਹੇ ਜਾਤੀ ਉਮਰਾ ਦੇ ਪਿੰਡ ਦੇ ਵਿੱਚ ਇੱਕ ਨਕਲੀ ਬਕਾਇਦਾ ਤੌਰ ਤੇ ਕਬਰ ਬਣਾਈ ਗਈ ਉਹਨਾਂ ਦੇ ਫਾਦਰ ਦੀ। ਅੱਛਾ ਜੀ। ਉੱਥੇ ਆਏ ਬਕਾਇਦਾ ਤੌਰ ਤੇ ਸੈਦਾ ਕਰਕੇ ਗਿਆ ਕਿ ਮੇਰਾ ਪਿੰਡ ਹੈਗਾ ਤੇ ਮੈਂ ਪਿੰਡ ਵਾਸਤੇ ਦੱਸੋ ਕੀ ਕਰ ਸਕਦਾ। ਇੰਨੇ ਸੰਬੰਧ ਚੰਗੇ ਸੀ, ਲੇਕਿਨ ਉਦੋਂ ਤਾਂ ਬੀਬੀ ਜੀ ਤੁਹਾਡੇ ਮੂੰਹ 'ਚ ਘੋੜੀਆਂ ਪਾਈਆਂ ਰਹੀਆਂ, ਤੁਸੀਂ ਬੋਲੇ ਨਹੀਂ ਕੋਈ ਵੀ ਉਦੋਂ ਜੀ। ਬਿਲਕੁਲ ਜੀ। ਲੇਕਿਨ ਦੇਰ ਆਏ ਦੁਰਸਤ ਆਏ, ਜੇ ਤੁਸੀਂ ਅੱਜ ਬੋਲੇ ਹੋ ਚੰਗੀ ਗੱਲ ਆ। ਨਨਕਾਣਾ ਸਾਹਿਬ ਲਾਂਘਾ ਖੋਲ੍ਹਣ ਦੀ ਵੀ ਗੱਲਬਾਤ ਚੱਲਦੀ ਆ। ਪਰਮਜੀਤ ਸਿੰਘ ਸਰਨੇ ਹੋਰੀ ਘੱਟੋ ਘੱਟ 4 ਲੈਟਰਸ ਲਿਖੇ ਆ ਪ੍ਰਧਾਨ ਮੰਤਰੀ ਨੂੰ। ਅੱਛਾ ਜੀ। ਵੀ ਕਰਤਾਰਪੁਰ ਦਾ ਲਾਂਘਾ ਤੁਸੀਂ ਖੋਲਤਾ, ਮਿਹਰਬਾਨੀ ਕਰਕੇ ਨਨਕਾਣਾ ਸਾਹਿਬ ਦਾ ਖੋਲੋ, ਸਾਡੀਆਂ ਭਾਵਨਾ ਜੁੜੀਆਂ ਨੇ ਨਾਲ ਜੀ। ਉਦੋਂ ਉਹਨਾਂ ਕਿਹਾ ਸੀ ਵਿਚਾਰ ਕਰ ਰਹੇ ਇਹਦੇ ਉੱਤੇ, ਲੇਕਿਨ ਆ ਕਰੋਨਾ ਦੇ ਕਰਕੇ ਜਿਹੜੀ ਕਾਫੀ ਹੱਦ ਤੱਕ ਨੁਕਸਾਨ ਹੋਇਆ ਵਾ, ਇਸ ਕਰਕੇ ਬੀਬੀ ਜਗੀਰ ਕੌਰ ਦੀ ਮੰਗ ਜਾਇਜ਼ ਹੈ ਤੇ ਬੀਬੀ ਜਗੀਰ ਕੌਰ ਨੂੰ ਇਹ ਚਾਹੀਦਾ ਕਿ ਸਿਰਫ ਤੇ ਸਿਰਫ ਇਹ ਨਹੀਂ ਵੀ ਬਿਆਨ ਦਿੱਤਾ, ਅਖਬਾਰ ਛਪ ਗਿਆ ਤੇ ਇੱਥੇ ਗੱਲ ਮੁੱਕ ਗਈ ਜੀ। ਜਸਪ੍ਰੀਤ ਜੀ ਜੀ ਜੀ। ਇੱਕ ਵਾਰੀ ਜਥੇਦਾਰ ਜਗਦੇਵ ਸਿੰਘ ਤਲਵੰਡੀ ਸਨ 2000 ਚ ਪ੍ਰਧਾਨ ਬਣੇ ਨੇ। ਅੱਛਾ ਜੀ। ਜਦੋਂ ਉਹ 2000 ਚ ਪ੍ਰਧਾਨ ਬਣਿਆ ਤੇ ਜਦੋਂ 2 ਇਜਲਾਸ ਹੁੰਦੇ ਇਹਨਾਂ ਦੇ ਐਸਜੀਪੀਸੀ ਦੇ, ਇੱਕ ਬਜਟ ਇਜਲਾਸ ਹੁੰਦਾ, ਇੱਕ ਚੋਣ ਇਜਲਾਸ ਹੁੰਦਾ। ਦੋਵਾਂ ਇਜਲਾਸਾਂ ਦੇ ਵਿੱਚ ਬਕਾਇਦਾ ਤੌਰ ਤੇ ਜਥੇਦਾਰ ਜਗਦੇਵ ਸਿੰਘ ਤਲਵੰਡੀ ਨੇ ਇੰਨੀ ਗੱਲ ਕਹੀ ਸੀ, ਆ ਜਿਹੜੇ ਤੁਸੀਂ ਕਾਗਜ਼ ਕਾਲੇ ਕੀਤੇ ਨਾ 100 ਸਫਾ, ਇਹਨਾਂ ਦੀ ਲੋੜ ਨਹੀਂ। ਇਹੋ ਜਿਹੇ ਮਤੇ ਜਿੰਨੇ ਮਰਜ਼ੀ ਪਾਸ ਕਰਕੇ ਤੁਸੀਂ ਆਪਣੇ ਕੋਠੇ ਦੇ ਕੋਠੇ ਭਰ ਲਓ, ਕੁਛ ਨਹੀਂ ਹੋਣਾ ਜਿੰਨਾ ਚਿਰ ਤੁਸੀਂ ਯਥਾਰਥ ਰੂਪ ਵਿੱਚ ਪ੍ਰੈਕਟੀਕਲੀ ਕੁਛ ਨਹੀਂ ਕਰਨਾ। ਅੱਛਾ ਜੀ। ਜਥੇਦਾਰ ਤਲਵੰਡੀ ਲੋਹ ਪੁਰਸ਼ ਵਜੋਂ ਜਾਣੇ ਜਾਂਦੇ ਸੀ ਸਿੱਖ ਸਿਆਸਤ ਦੇ ਵਿੱਚ ਜੀ। ਸੱਚ ਬੋਲਦੇ ਸੀ, ਸੱਚ ਬੋਲੋ ਤੋਂ ਕਦੀ ਕਦੀ ਨਹੀਂ ਕਤਰਾਉਂਦਾ, ਇਹ ਸਿਫਤ ਸੀ ਉਹ ਬੰਦੇ ਦੀ। ਅੱਛਾ ਜੀ। ਲੇਕਿਨ ਅੱਜ ਦੀ ਡੇਟ ਦੇ ਜਦੋਂ ਉਹਨੇ ਉਦੋਂ ਗੱਲ ਕਹੀ ਤੇ ਬੀਬੀ ਹੋਰਾਂ ਅੱਜ ਬਿਆਨ ਦੇ ਦਿੱਤਾ, ਸਵੇਰੇ ਅਖਬਾਰਾਂ ਛਪਦਾ, ਮੁੜ ਕੇ ਫਾਈਲ ਚ ਲੱਗਣਾ, ਕਿਸੇ ਨੇ ਪੁੱਛਣਾ ਵੀ ਤੁਸੀਂ ਲਾਂਘੇ ਦੀ ਗੱਲ ਕੀਤੀ ਸੀ, ਚਿੱਤਾ ਭੁੱਲ ਜਾਣਾ ਸਾਰਿਆਂ ਜੀ। ਜੇ ਇਹਨੂੰ ਯਥਾਰਥ ਰੂਪ ਵਿੱਚ ਪ੍ਰੈਕਟੀਕਲ ਤੇ ਕੀਤਾ ਜਾਵੇ, ਨਨਕਾਣਾ ਸਾਹਿਬ ਲਾਂਘਾ ਜ਼ਰੂਰ ਖੁੱਲ ਸਕਦਾ, ਕਰਤਾਰਪੁਰ ਸਾਹਿਬ ਲਾਂਘਾ ਖੁੱਲ ਸਕਦਾ। ਇੱਥੇ ਬਹਿ ਕੇ ਨਹੀਂ, ਬੀਬੀ ਜੀ ਬਤੌਰ ਜਾ ਕੇ ਪ੍ਰਧਾਨ ਮੰਤਰੀ ਦਿੱਲੀ ਜਾ ਕੇ ਉਹਨਾਂ ਦੀ ਐਮਬੈਸੀ ਨੂੰ ਮਿਲਣ, ਪਾਕਿਸਤਾਨ ਦੀ, ਉੱਥੇ ਗ੍ਰਹਿ ਮੰਤਰੀ ਨੂੰ ਮਿਲਣ, ਪ੍ਰਧਾਨ ਮੰਤਰੀ ਨੂੰ ਮਿਲਣ, ਵਿਦੇਸ਼ ਮੰਤਰੀ ਨੂੰ ਮਿਲ ਜਾ ਕੇ ਗੱਲ ਨੂੰ ਮੰਗ ਪੱਤਰ ਦੇਣ ਕਿ ਸਾਡੀ ਆ ਮੰਗ ਹੈਗੀ, ਇਮੀਡੀਏਟਲੀ ਕਾਰਵਾਈ ਕੀਤੀ ਜਾਵੇ, ਕਿਉਂ ਨਾ ਹੋਊਗੀ ਜੀ। ਜੀ ਬਿਲਕੁਲ ਜੀ। ਸੋ ਖਬਰਾਂ ਦੀ ਆਪਾਂ ਗੱਲਬਾਤ ਕਰੀਏ ਤਾਂ ਅਗਲੀ ਖਬਰ ਆਪਾਂ ਟੂਲ ਕਿਟ ਕੇਸ
ਬਾਰੇ ਕਰਨੀ ਚਾਹਾਂਗੇ ਤੇ ਦਿਸ਼ਾ ਰਵੀ ਦੀ ਜਾਣਕਾਰੀ ਲੀਕ ਕਰਨ ਤੋਂ ਕੀਤਾ ਇਨਕਾਰ ਪੁਲਿਸ ਨੇ। ਸੋ ਕੀ ਹੈ ਜੀ ਮਸਲਾ ਇਹ? ਬਿਲਕੁਲ ਠੀਕ ਹੈ ਜੀ, ਉਹਨਾਂ ਨੇ ਕਹਿ ਦਿੱਤਾ ਵੀ ਜੀ ਟੂਲ ਕਿਟ ਕੇਸ ਦੇ ਵਿੱਚ ਅਸੀਂ ਜਿਹੜਾ ਕਿਸੇ ਦੀ ਜਾਣਕਾਰੀ ਨਹੀਂ ਦੇ ਸਕਦੇ ਜੀ। ਕੁਛ ਲੋਕਾਂ ਨੇ ਜਾਣਕਾਰੀ ਮੰਗੀ ਸੀ। ਜਿਹੜੀ ਰਵੀ ਦਿਸ਼ਾ ਵਾ ਜਿਸ ਸੂਬੇ ਨੂੰ ਬਿਲੋਂਗ ਕਰਦੀ ਆ, ਉਹਦੀ ਬਰਾਦਰੀ ਜਿਹੜੀ ਆ ਉਹਦੀਆਂ ਘੱਟੋ ਘੱਟ 35 ਤੋਂ ਲੈ ਕੇ 40 ਵਿਧਾਇਕ ਚੁਣੇ ਜਾਂਦੇ। ਅੱਛਾ ਜੀ। ਜਦੋਂ ਉਹ ਜਿਹੜਾ ਹੈਗਾ ਜੱਦੀ ਰੂਪਾ ਉਸੇ ਬਰਾਦਰੀ ਦੀ ਜੀ, ਜਦੋਂ ਉਦੋਂ ਵੀ ਆਪਾਂ ਗੱਲ ਕੀਤੀ ਸੀ, ਰੌਲਾ ਪਿਆ ਸੀ ਵੀ ਇਹ ਜਿਹੜੀ ਬਰਾਦਰੀ ਆ ਇਹਨਾਂ ਦਾ ਬੜਾ ਪ੍ਰਭਾਵ ਆ ਸਾਊਥ ਦੇ ਵਿੱਚ, ਜੇ ਇਹਦੇ ਖਿਲਾਫ ਕੋਈ ਕਾਰਵਾਈ ਕੀਤੀ ਤੇ ਸਾਰੀ ਸਰਕਾਰ ਦੇ ਖਿਲਾਫ ਹੋ ਜਾਏਗੀ ਤੇ ਉਹ ਸਰਕਾਰ ਅੱਗੇ ਪਿੱਟੀ ਜਿਹਨਾਂ ਕੋਲੇ ਕੇਂਦਰ ਕੋਲੇ ਵੀ ਤੁਸੀਂ ਕਰ ਕੀ ਰਹੇ ਹੋ। ਅੱਛਾ ਜੀ। ਰਵੀ ਦਿਸ਼ਾ ਨਾ ਫੇਰ ਹੀ ਇਹ ਸਖਤੀ ਨਾਲ ਨਹੀਂ ਸੌਫਟ ਕਾਰਨਰ ਹੋ ਗਏ ਸੀ। ਉਹਨੂੰ ਬਕਾਇਦਾ ਤੌਰ ਤੇ ਵੱਖਰਾ ਕਮਰਾ ਦਿੱਤਾ ਸੀ, ਬਕਾਇਦਾ ਤੌਰ ਤੇ ਕਿਤਾਬਾਂ ਦਿੱਤੀਆਂ ਸੀ ਪੜ੍ਹਨ ਵਾਸਤੇ, ਜੇ ਟੀਵੀ ਮੰਗਿਆ ਸਭ ਕੁਝ ਦਿੱਤਾ ਸੀ। ਅੱਛਾ ਜੀ। ਇਸ ਕਰਕੇ ਅੱਜ ਰਵੀ ਦਿਸ਼ਾ ਦੇ ਉੱਤੇ ਕਿਸੇ ਨੇ ਆਰਟੀ ਪਾਈ ਸੀ ਵੀ ਸਾਨੂੰ ਬਕਾਇਦਾ ਤੌਰ ਤੇ ਇਹ ਜਿਹੜੀ ਕਾਰਵਾਈ ਤੁਸੀਂ ਕੀਤੀ ਪੁਲਿਸ ਨੇ ਉਹਦੇ ਡਾਕੂਮੈਂਟ ਦਿੱਤੇ, ਜੇ ਉਹਨਾਂ ਨੇ ਇਨਕਾਰ ਕਰਤਾ ਪੁਲਿਸ ਨੇ ਨਹੀਂ ਦਿੱਤੇ ਜਾ ਸਕਦੇ ਜੀ, ਅਸੀਂ ਨਹੀਂ ਦੇਵਾਂਗੇ। ਉਹਦੇ ਚ ਕੀ ਕਾਲਾ ਮਾਲਾ ਕੀਤਾ, ਕਿਉਂ ਨਹੀਂ ਦਿੱਤੇ ਜਾ ਰਹੇ, ਇਹ ਤਾਂ ਉਹ ਜਾਣਦੇ ਆ। ਹੁਣ ਅਗਲਾ ਕੋਰਟ ਦੇ ਥਰੂ ਲੈ ਲੂਗੇ ਜਿੰਨੇ ਲੈਣੇ। ਜੀ ਬਿਲਕੁਲ ਜੀ। ਠੀਕ ਜੀ। ਤੇ ਮਨੀਪੁਰ ਦੇ ਵਿੱਚ ਫਿਰ ਤੁਹਾਡਾ ਅਫਸਪਾ ਐਕਟ ਨੂੰ ਲੈ ਕੇ ਹੋਇਆ ਮਨੁੱਖੀ ਅਧਿਕਾਰਾਂ ਦਾ ਘਾਣ ਤੇ ਹਿਰਾਸਤੀ ਮੌਤ ਨੂੰ ਲੈ ਕੇ ਜਿਹੜੇ ਲੋਕ ਨੇ ਉਹ ਸਖਤੇ ਦੇ ਵਿੱਚ ਨੇ, ਤੇ ਪਹਿਲਾਂ ਔਰਤਾਂ ਨਾਲ ਵੀ ਇੱਥੇ ਬਲਾਤਕਾਰ ਹੁੰਦੇ ਰਹੇ ਨੇ। ਜਿੱਥੋਂ ਤੱਕ ਮਨੀਪੁਰ ਦੀ ਗੱਲ ਕਰਦੇ ਹਾਂ ਜੀ, ਮਨੀਪੁਰ ਦੇ ਵਿੱਚ ਬਕਾਇਦਾ ਤੌਰ ਤੇ ਇੱਕ ਵਿਅਕਤੀ ਨੂੰ ਜਿਹੜਾ ਸੀ ਹਿਰਾਸਤ ਰੱਖਿਆ ਗਿਆ, ਜਿਹੜੀ ਉੱਥੋਂ ਦੀ ਆਰਮਡ ਫੋਰਸਸ ਸੀਗੀਆਂ, ਉਹਦੇ ਵਿੱਚ ਉਹਦੀ ਬੰਦੇ ਦੀ ਮੌਤ ਹੋ ਜਾਂਦੀ ਜੀ। ਹੁਣ ਉਹ ਰੌਲਾ ਪੈਂਦਾ ਹੁੰਦਾ, ਉਹਦੇ ਤੇ ਬਕਾਇਦਾ ਸਮਝੌਤਾ ਹੁੰਦਾ ਇਹਨਾਂ ਦਾ ਵੀ ਕੀ ਕਰਨਾ ਕੀ ਨਹੀਂ ਕਰਨਾ। ਕੁਛ ਉਹਨਾਂ ਨੇ ਕਹਿਤਾ ਜੀ ਅਸੀਂ ਆਹ ਕੁਛ ਇਹਨੂੰ ਸਹੂਲਤਾਂ ਦੇ ਦਿਆਂਗੇ, ਆਹ ਦੇ ਦਿਆਂਗੇ, ਜੇ ਦੇ ਦਿਆਂਗੇ, ਇਹ ਗੱਲਾਂ ਚੱਲਦੀਆਂ ਜੀ। ਲੇਕਿਨ ਉਹਦੇ ਤੇ ਕੋਈ ਖਰਾ ਨਹੀਂ ਉਤਰਿਆ ਜੀ। ਖਰਾ ਨਾ ਉਤਰਨ ਤੋਂ ਬਾਅਦ ਹੁਣ ਉੱਥੇ ਰੌਲਾ ਪਿਆ। ਲੇਕਿਨ ਗੱਲ ਸਿਰਫ ਇਹ ਨਹੀਂ ਹੈਗੀ, ਜਿਹੜੀ ਅਫਸਪਾ ਨਾ ਅਫਸਪਾ ਉਹਦੇ ਵਿੱਚ ਤੁਸੀਂ ਜਿੱਥੇ ਵੀ ਇੰਪਲੀਮੈਂਟ ਹੈਗੀ ਆ ਜੀ, ਉੱਥੇ ਤੁਸੀਂ ਜਿਹੜੇ ਬੰਦੇ ਨੂੰ ਮਰਜ਼ੀ ਜਿੱਥੋਂ ਮਰਜ਼ੀ ਚੁੱਕ ਲਓ, ਉਹਨੂੰ ਗਾਇਬ ਕਰ ਦਿਓ, ਕੋਈ ਪੁੱਛ ਪੜਤਾਲ ਨਹੀਂ, ਕੋਈ ਮਾਈ ਬਾਪ ਨਹੀਂ ਉਹਨਾਂ ਦਾ ਹੁੰਦਾ ਜੀ। ਹੁਣ ਜਦੋਂ ਦਾ ਮਾਈ ਬਾਪ ਨਹੀਂ, ਤੁਸੀਂ ਕਿਹਨੂੰ ਕੋ ਜਾਓਗੇ ਫਿਰ? ਇੱਥੋਂ ਤੱਕ ਕਿ ਉੱਥੋਂ ਦੀ ਇੱਕ ਲੜਕੀ ਚੁੱਕੀ ਇਹਨਾਂ ਨੇ। ਅੱਛਾ ਜੀ। ਉਹ ਲੜਕੀ ਚੁੱਕ ਕੇ ਤੇ ਆਰਮੀ ਵਾਲਿਆਂ ਉਹਦੇ ਨਾਲ ਬਲਾਤਕਾਰ ਕੀਤਾ। ਅੱਜ ਦੀ ਗੱਲ ਨਹੀਂ ਕਰਦਾ, ਪੁਰਾਣੀ ਗੱਲ ਕਰਦਾ ਜੀ। ਉਹਨਾਂ ਬਲਾਤਕਾਰ ਤੋਂ ਬਾਅਦ ਉਹ ਲੜਕੀ ਦੇ ਜਿਹੜੇ ਸੀ ਗੁਪਤ ਅੰਗ ਉਹਦੇ ਵਿੱਚ ਵੱਟੇ ਪਾਏ ਗਏ ਜੀ। ਵੱਟੇ ਪਾ ਕੇ ਉਹਨੂੰ ਜਿਹੜਾ ਸੀ ਮਾਰਿਆ ਗਿਆ, ਉਹਨੂੰ ਫਿਰ ਉਹਦੀ ਜਿਹੜੀ ਸੀ ਗੁਪਤ ਅੰਗ ਚ ਗੋਲੀ ਮਾਰ ਕੇ ਮਾਰਿਆ ਗਿਆ। ਬਹੁਤ ਜੀ। ਇਹਨਾਂ ਤੋਂ ਸਜਿਸ਼ ਕੀਤਾ ਉਹਦੇ ਉੱਤੇ ਜੀ। ਉਹਦੇ ਰੋਜ਼ ਦੇ ਵਜੋਂ ਉਹਦੀ ਇੱਕ ਸਹੇਲੀ ਸੀ ਸਨ 2000 ਦੇ ਵਿੱਚ ਅਰੋਮਾ ਸ਼ਰਮੀਲਾ ਜੀ। ਜੀ। ਉਹ 16 ਸਾਲ ਭੁੱਖ ਹੜਤਾਲ ਰਹੀ ਜੀ। ਬਿਲਕੁਲ ਜੀ। ਸਾਰੀ ਦੁਨੀਆ ਨੂੰ ਪਤਾ ਜੀ। ਬੜੀ ਚਰਚਾ ਚਲੀ। ਉਹਨੇ 16 ਸਾਲ ਮਤਲਬ ਕੁਝ ਖਾਧਾ ਪੀਤਾ ਨਹੀਂ, ਤੇ ਇੱਥੋਂ ਤੱਕ ਵੀ ਜਿਹੜੀਆਂ ਅੰਦਰ ਆਪਣੇ ਅੰਦਰ ਮੂੰਹ ਚ ਇੰਦਰੀਆਂ ਹੁੰਦੀਆਂ ਨਾ, ਜਿੰਨਾ ਸਵਾਦ ਦਾ ਪਤਾ ਲੱਗਦਾ, ਉਹ ਵੀ ਖਤਮ ਹੋ ਚੁੱਕੀ ਸੀ ਜੀ। 16 ਸਾਲ ਤੋਂ ਬਾਅਦ ਉਹਨੇ ਕਿਹਾ ਜੀ ਵੇਖੋ ਇਹ ਲੜਾਈ ਜਿਹੜੀ ਮੈਂ ਸ਼ਾਂਤਮਈ ਲੜੀ ਸੀ, ਮੈਂ ਕਾਮਯਾਬ ਨਹੀਂ ਹੋਈ, ਤਾਂ ਹੁਣ ਜੰਗ ਲੜੂਗੀ 86। ਜੀ। ਜਦੋਂ 86 ਜੰਗ ਲੜਨ ਵਾਸਤੇ ਆਈ ਤੇ ਵੋਟਾਂ ਕਿੰਨੀਆਂ ਪਈਆਂ ਸੀ? ਸਿਰਫ 80। ਬਿਲਕੁਲ ਜੀ। ਬਹੁਤ ਇਹ ਹਾਲਤ ਆ ਸਾਡੀ ਲੋਕਾਂ ਵੀ ਨਹੀਂ ਟੱਪਿਆ ਸੀਗਾ ਜੀ। ਉਹ ਜਿਹੜੀ ਲੜਕੀ ਸੀ ਜਿਹੜੀ ਇਹਨਾਂ ਨੇ ਗੁਪਤੰਗ ਚਿੱਟੇ ਪਾ ਕੇ ਗੋਲੀ ਮਾਰ ਕੇ ਮਾਰਿਆ ਸੀ, ਫਿਰ ਉੱਥੇ ਜਿਹੜੀਆਂ ਸਮਾਜਿਕ ਕਾਰਕੁਨ ਹੈਗੀਆਂ, NGO ਦੀਆਂ ਕੁਝ ਲੜੀ ਹੈਗੀਆਂ ਸੀ, ਉਹਨਾਂ ਨੇ ਅਲਫ ਨੰਗੀਆਂ ਹੋ ਕੇ ਜਿਹੜੀ ਆਰਮੀ ਦਫ਼ਤਰ ਸੀ ਉੱਥੇ ਆਰਮੀ ਦਾ ਹੈੱਡਕੁਆਰਟਰ ਦੇ ਖਿਲਾਫ ਮੁਜ਼ਾਹਰਾ ਕੀਤਾ ਸੀ, ਸਾਡੇ ਦਾ ਬਲਾਤਕਾਰ ਕਰੋ। ਅੱਛਾ ਜੀ। ਤੁਸੀਂ ਕੰਨ ਕੇ ਸਾਡੇ ਬਲਾਤਕਾਰ ਕਰੋ। ਤੁਸੀਂ ਬੜੀ ਚਰਚਾ ਹੋਈ ਸੀ ਇਸ ਗੱਲ। ਬਿਲਕੁਲ ਜੀ। ਲੇਕਿਨ ਕਿਸੇ ਨੇ ਪੁੱਛਿਆ ਤੁਸੀਂ ਕੀ ਕਰਦੇ? ਉਦੋਂ ਔਰਤਾਂ ਦੀ ਤੋਹੀਨ ਕੀਤੀ ਕਿ ਉਹ ਲੜਕੀ ਨੂੰ ਮਾਰਿਆ ਗਿਆ। ਅੱਜ ਤੱਕ ਉਸ ਲੜਕੀ ਦੇ ਕੇਸ ਦਾ ਕੁਛ ਨਹੀਂ ਜੀ। ਤੇ ਬਣਨਾ ਹੁਣ ਵੀ ਨਹੀਂ, ਜਿੰਨਾ ਚਿਰ ਉੱਥੇ ਅਫਸਰ ਲੱਗੀ ਜੋ ਤੁਸੀਂ ਮਰਜ਼ੀ ਕਰ ਲਓ, ਜਿੱਥੇ ਮਰਜ਼ੀ ਭੱਜ ਲਓ, ਇਹਦਾ ਕੁਛ ਨਹੀਂ ਬਣਨਾ। ਲੇਕਿਨ ਉਹ ਜਿਹੜੀ ਲੋਕ ਤੁਰੇ ਨੇ ਹੁਣ, ਜੇ ਸਰਕਾਰ ਤੇ ਕੁਝ ਚਾਹੂਗੀ ਚੰਗਾ ਵੀ ਠੀਕ, ਉੱਥੇ ਲੋਕਾਂ ਨੂੰ ਇਨਸਾਫ ਮਿਲਣਾ ਚਾਹੀਦਾ ਤੇ ਠੀਕ ਆ, ਜੇ ਨਹੀਂ ਤੇ ਮੈਂ ਇਹਦੇ ਨਾਲ ਇੱਕ ਗੱਲ ਹੋਰ ਜੋੜ ਦਿਆਂ। ਤੁਹਾਨੂੰ ਪਤਾ ਮਿਜ਼ੋਰਮ ਦਾ ਤੇ ਅਸਾਮ ਦਾ ਝਗੜਾ ਚੱਲਦਾ। ਬਿਲਕੁਲ ਜੀ। ਜੀ।
ਮੀਜ਼ੋਰਾਮ ਤੇ ਅਸਾਮ ਦਾ ਝਗੜਾ ਚੱਲਦਾ। ਮੀਜ਼ੋ ਨੈਸ਼ਨਲ ਫਰੰਟ ਜਿਹੜੀ ਜੀ ਲਾਲ ਡੇਂਗਾ ਤੇ ਬਣਾਈ ਸੀ ਜੀ। ਲਾਲ ਡੇਂਗਾ ਉਹਨਾਂ ਦਾ ਲੀਡਰ ਸੀ। 1986 ਦੇ ਵਿੱਚ ਬੂਟਾ ਸਿੰਘ ਹੋਰੀ ਹੋਮ ਮਿਨਿਸਟਰ ਬਣਦੇ ਤੋਂ ਕਹਿੰਦੇ ਜੀ ਮੈਂ ਮੀਜ਼ੋਰਾਮ ਜਾ ਕੇ ਤੇ ਉੱਥੇ ਗੱਲਬਾਤ ਕਰਨੀ ਉਹਨਾਂ ਨਾਲ। ਅੱਛਾ ਜੀ। ਜਿਹੜੇ ਖੜਕੂ ਹੈਗੇ ਜੀ। ਉੱਥੋਂ ਦੇ ਜਿਹੜੇ ਪ੍ਰਬੰਧਕ ਸੀ ਉਹਨਾਂ ਕਿਹਾ ਵੀ ਤੁਸੀਂ ਬਿਲਕੁਲ ਨਾ ਆਇਓ, ਤੁਹਾਡਾ ਗੋਲੀ ਮਾਰ ਕੇ ਨਾ ਜਹਾਜ਼ ਥੱਲੇ ਸੁੱਟ ਦੇਣਾ ਜਿੰਨਾ। ਜੀ। ਇੰਨੇ ਟ੍ਰੇਨਡ ਬੰਦੇ ਹੈਗੇ ਆ। ਕਹਿੰਦੇ ਮੈਂ ਮਸਲਾ ਹੱਲ ਕਰਨਾ ਚਾਹੁੰਦਾ ਜਾ ਰਿਹਾ। ਉਹਨਾਂ ਫਿਰ ਲਾਲ ਡੇਂਗਾ ਦੀ ਤੇ ਬੂਟਾ ਸਿੰਘ ਦੀ ਆਪਸੀ ਗੱਲਬਾਤ ਕਰਾਈ ਵੀ ਅਸੀਂ ਮਸਲਾ ਹੱਲ ਸ਼ਾਂਤੀ ਨਾਲ ਚਾਹੁੰਦੇ ਹਾਂ ਤੇ ਤੁਸੀਂ ਚਾਹੁੰਦੇ ਹੋ ਰਾਜ, ਤੁਸੀਂ ਚਾਹੁੰਦੇ ਮੀਜ਼ੋਰਮ ਵੱਖਰਾ ਸਟੇਟ ਵੱਖਰਾ ਰਾਜ ਹੋਣਾ ਚਾਹੀਦਾ, ਦੇਸ਼ ਹੋਣਾ ਚਾਹੀਦਾ ਜੀ, ਤੇ ਤੁਸੀਂ ਸੱਤਾ ਲੈਣੀ ਹੈ ਤਾਂ ਸੱਤਾ ਦੇ ਦਿੰਦੇ ਅਸੀਂ, ਆ ਜਾਓ ਤੁਹਾਨੂੰ ਮੁੱਖ ਮੰਤਰੀ ਬਣਾ ਦਿੰਦੇ ਅਸੀਂ। ਅੱਛਾ ਜੀ। ਉਸ ਟਾਈਮ ਦੇ ਵਿੱਚ ਲਾਲ ਡੇਂਗਾ ਨੂੰ ਲਾ ਕੇ ਸ਼ੋਕਾ ਹੋਟਲ ਦੇ ਵਿੱਚ ਦਿੱਲੀ 'ਚ ਰੱਖਿਆ ਸੀ 2-3 ਮਹੀਨੇ। ਬੂਟਾ ਸਿੰਘ ਨੇ ਆਪ ਇਹਨਾਂ ਨੂੰ ਗੱਲ ਸੁਣਾਈ ਸੀ। ਬੂਟਾ ਸਿੰਘ ਰਹਿੰਦੇ ਸੀ ਅੰਮ੍ਰਿਤਸਰ ਆਏ ਸੀ। ਅੱਛਾ ਜੀ। ਮੈਂ ਉਹ ਸੰਜਣੇ ਕਰ ਰਿਹਾ। ਉਹ ਕਹਿੰਦੇ ਜਦੋਂ ਇੱਥੇ ਆਏ ਤੇ ਅਸੀਂ ਉਹਨਾਂ ਨੂੰ ਜਿਹੜਾ ਅਸੀਂ 3 ਮਹੀਨੇ ਉੱਥੇ ਰੱਖਿਆ, ਅੱਜ ਗੱਲ ਕਰਦੇ ਕੱਲ ਕਰਦੇ, ਕੋਈ ਮੀਟਿੰਗ ਕਰ ਲਈ ਕੋਈ ਨਾ ਕੀਤੀ। ਅਖੀਰ ਤੇ ਫੈਸਲਾ ਹੋ ਗਿਆ ਵੀ ਤੁਹਾਨੂੰ ਅਸੀਂ ਮੁੱਖ ਮੰਤਰੀ ਬਣ ਕੇ ਇਲੈਕਸ਼ਨ ਡਿਕਲੇਅਰ ਕਰ ਦਿਓ, ਇਲੈਕਸ਼ਨ ਲੜ ਲਓ ਤੇ ਬਣ ਜਾਓ ਜੀ। ਤੇ 87 ਦੇ ਵਿੱਚ ਲਾਲ ਡੇਂਗਾ ਉੱਥੇ ਮੁੱਖ ਮੰਤਰੀ। ਅੱਛਾ ਜੀ। ਮੀਜ਼ੋਰਾਮ ਦੇ ਵਿੱਚ ਜੀ। ਤੇ ਉਹਨੇ ਫਿਰ ਜੰਗੀ ਪੱਧਰ ਤੇ ਸੁਧਾਰ ਕੀਤੇ ਸੀ ਉੱਥੇ। ਤੇ ਮਨੀਪੁਰ ਦੇ ਵਿੱਚ ਸਰਕਾਰ ਭਾਵੇਂ ਉੱਥੇ ਮਨੀਪੁਰ ਚ ਹੈ ਕੀ ਆ, ਮਨੀਪੁਰ ਦੇ ਵਿੱਚ ਮੇਰੇ ਖਿਆਲ ਵੀ 40 ਸੀਟਾਂ ਹੈਗੀਆਂ, 40-28 ਜਿਹੜੀਆਂ ਉੱਥੇ ਮੀਜ਼ੋ ਨੈਸ਼ਨਲ ਫਰੰਟ ਦੀਆਂ ਵਾ। ਇੱਕ ਸੀਟ ਬੀਜੇਪੀ ਦੇ, ਬੀਜੇਪੀ ਖਾਮਖਾ ਕਬਜ਼ਾ ਕਮੇਟੀ ਸਾਡੀ ਸਾਂਝੀ ਸਰਕਾਰ ਹੈ ਜੀ ਉੱਥੇ। ਜੀ। ਉਹਨਾਂ ਦਾ ਅਸਾਮ ਨਾਲ ਜਿਹੜਾ ਝਗੜਾ ਚੱਲਦਾ, ਵੇਖੋ ਅਸਾਮ ਬਾਰਡਰ ਦੇ ਉੱਤੇ ਦੋਵਾਂ ਦੀਆਂ ਉਹਨਾਂ ਦੀ ਪੁਲਿਸ ਬਾਰਡਰ ਤੇ ਖੜੀ ਦੋਵਾਂ ਪਾਸਿਓਂ। ਜੀ। ਜਦੋਂ ਗੋਲੀ ਚੱਲੀ, ਉਦੋਂ ਗੋਲੀ ਚੱਲਣ ਦੇ ਵਿੱਚ ਤਤਕਾਰ ਹੋਇਆ, ਤਤਕਾਰ ਪਿਛਲੇ ਅਸਾਮ ਦੇ ਬੰਦੇ ਮਰੇ, ਉਹਨਾਂ ਫਿਰ ਇਤਰਾਜ਼ ਕੀਤਾ ਤੇ ਹੁਣ ਦੋਵੇਂ ਤਰ੍ਹਾਂ ਇੱਕ ਮੰਚ ਤੇ ਇਕੱਠੀਆਂ ਹੋ ਗਈਆਂ ਪਰ ਬਹਿ ਕੇ ਵਾਰਤਾਲਾਪ ਕਰ ਲਈਏ। ਜੀ। ਹੋਮ ਮਿਨਿਸਟਰ ਨੇ ਆਪਣਾ ਕੋਈ ਸਪਸ਼ਟੀਕਰਨ ਦਿੱਤਾ ਅਜੇ ਤੱਕ ਕਿ ਘਟਨਾ ਕਿਉਂ ਵਾਪਰੀ ਹੈ। ਜਾ ਕੇ ਸੀਆਰਪੀ ਜ਼ਰੂਰ ਲਾਤੀ ਉੱਥੇ, ਸਪਸ਼ਟੀਕਰਨ ਅਜੇ ਤੱਕ ਦਿੱਤਾ ਕਿ ਘਟਨਾ ਕਿਉਂ। ਇਸ ਕਰਕੇ ਉਹ ਸਟੇਟ ਜਿਹੜੀਆਂ ਨਾ, ਉਹ ਇਦਾਂ ਦੇ ਬੰਦੇ ਉੱਥੇ ਹੈਗੇ ਆ। ਇਹਦੇ ਵਿੱਚੋਂ ਉਹ ਜਿਹੜਾ ਬੰਦਾ ਮਰਿਆ ਸੀ ਉਹ ਜੂਨ ਮਹੀਨੇ ਦੀ ਗੱਲ, ਅੱਜ ਦੀ ਗੱਲ ਨਹੀਂ ਹੈਗੀ। ਰੌਲਾ ਫਿਰ ਹੁਣ ਪਿਆ ਉਹਦਾ। ਜੀ। ਹੁਣ ਉਹਨੂੰ ਇਨਸਾਫ ਮਿਲਦਾ ਕਿ ਨਹੀਂ ਮਿਲਦਾ, ਇਹ ਵੇਖੋ ਜੀ। ਜੀ। ਤੇ ਹੁਣ ਆਪਾਂ ਗੱਲ ਕਰਾਂਗੇ ਜੀ ਕਿਸਾਨੀ ਅੰਦੋਲਨ ਦੇ ਬਾਰੇ ਤੇ ਕਿਸਾਨਾਂ ਦੇ ਮਸਲਿਆਂ ਬਾਰੇ। ਤੇ ਸਭ ਤੋਂ ਪਹਿਲੀ ਜਿਹੜੀ ਆਪਾਂ ਗੱਲ ਕਰਾਂਗੇ ਜੀ ਉਹ ਸਾਈਨਾਥ ਦੇ ਬਿਆਨ ਬਾਰੇ ਕਰਾਂਗੇ, ਜਿਸ ਨੇ ਕਿਹਾ ਕਿ ਜ਼ਰੂਰੀ ਵਸਤਾਂ ਸਿੱਧੀਆਂ ਕਿਸਾਨਾਂ ਨੂੰ ਖਰੀਦਣ ਦਾ ਕੀਤਾ ਜਾਵੇ ਪ੍ਰਬੰਧ। ਬਿਲਕੁਲ ਜੀ, ਬਿਲਕੁਲ ਠੀਕ ਕਿਹਾ ਜੀ। ਉਹ ਕਹਿੰਦੇ ਵੀ ਤੁਸੀਂ ਮਾਲ ਦੇ ਵਿੱਚ ਜਾਂਦੇ ਹੋ ਤੇ ਤੁਹਾਡਾ ਮਾਲ ਜਿਹੜੀ ਤੁਹਾਡੇ ਕੋਲ 20 ਰੁਪਏ ਚੀਜ਼ ਲਈ ਆ, ਤੁਹਾਨੂੰ 200 ਰੁਪਏ ਮਿਲਦੀ ਉਹ ਪੈਕ ਕਰ। ਜੀ। ਕਿਉਂ ਨਹੀਂ ਇਹੋ ਜਿਹੇ ਪ੍ਰਬੰਧ ਕੀਤੇ ਜਾਂਦੇ ਵੀ ਤੁਸੀਂ ਸਿੱਧੀ ਕਿਸਾਨ ਕੋਲੋਂ ਲਓ। ਇਹ ਜਸਪ੍ਰੀਤ ਜੀ ਤਾਜ਼ੀ ਹੋ ਸਕਦਾ ਜੇ ਸਹਿਕਾਰੀ ਸਭਾਵਾਂ 4-4 ਪਿੰਡਾਂ ਦੀ ਬਣ ਜਾਣ, ਉਹਨਾਂ ਦੇ ਆਪਣੇ ਕੋਲਡ ਸਟੋਰ, ਉਹਨਾਂ ਦੀ ਆਪਣੀ ਦੁਕਾਨ ਹੋਵੇ, ਉੱਥੇ ਸਸਤਾ ਸਮਾਨ ਲੋਕਾਂ ਨੂੰ ਮਿਲੇ, ਤਾਜ਼ੀ ਹੋ ਸਕਦਾ। ਉਦੋਂ ਕੋਈ ਹੱਲ ਨਹੀਂ ਹੈਗਾ ਜੀ। ਪ੍ਰਧਾਨ ਮੰਤਰੀ ਸਾਹਿਬ ਦੀ ਇੱਕ ਪ੍ਰਪੋਜ਼ਲ ਜ਼ਰੂਰ ਹੈਗੀ ਆ ਵੀ ਤੁਸੀਂ ਸਹਿਕਾਰੀ ਸਭਾਵਾਂ ਬਣਾ ਲਓ। ਇਹ ਮੇਰੇ ਖਿਆਲ ਜੀ ਤੁਹਾਡੇ ਆਪਣੇ ਉਹਦੇ ਸੂਰਤ ਵਾਲੇ ਪਾਸੇ, ਗੁਜਰਾਤ ਵਾਲੇ ਪਾਸੇ ਤੇ ਬਣੀਆਂ ਨੇ। ਅੱਛਾ ਜੀ। ਉਹ ਕਾਮਯਾਬ ਨੇ, ਵਰਕ ਕਰ ਰਹੀਆਂ ਨੇ। ਜੋ ਸਰਕਾਰ ਕਹਿੰਦੀ ਵੇਖੋ ਜੀ ਤੁਹਾਨੂੰ ਕੋਲਡ ਸਟੋਰ ਅਸੀਂ ਬਣਾ ਕੇ ਦਿਆਂਗੇ, ਅਸੀਂ ਜੀ ਸਟਾਫ ਤੁਹਾਨੂੰ ਇਸੇ ਪ੍ਰਬੰਧ ਤੁਸੀਂ ਕਰੋ, ਤੁਸੀਂ ਆਪਣੀ ਕਮੇਟੀ ਬਣਾਓ, ਪ੍ਰਬੰਧ ਤੁਸੀਂ ਕਰੋ, ਆਪਣਾ ਸਮਾਨ ਤੁਸੀਂ ਆਪਣਾ ਸੰਭਾਲੋ, ਜੀ ਤੁਹਾਨੂੰ ਬਹੁਤ ਸਸਤੇ ਰੇਟ ਤੇ ਅਸੀਂ ਲੋਨ ਵੀ ਦੇ ਦਿਆਂਗੇ ਤੁਹਾਨੂੰ। ਜੀ। ਆਪਣੀਆਂ ਕੋਲਡ ਸਟੋਰ ਚੀਜ਼ਾਂ ਰੱਖੋ, ਰੱਖ ਕੇ ਤੁਸੀਂ ਜਿਹੜੀ ਆ ਪਹਿਲਾਂ ਜਿਹੜੀ ਕਿਸਾਨ ਕੋ ਖਰੀਦ ਕਰ ਲਓ, ਉਹਨੂੰ ਪੈਸੇ ਜਿਹੜੀ MSP ਨੂੰ ਦੇ ਦਿਓ। ਕੱਲ ਨੂੰ ਜਿੰਨਾ ਵੀ ਤੁਹਾਡੇ ਕੋਲ ਪ੍ਰੋਫਿਟ ਹੁੰਦਾ ਉਹਨੂੰ ਉਸ ਹਿਸਾਬ ਨਾਲ ਵੰਡ ਲਓ ਉਹਨਾਂ ਦੇ ਵਿੱਚ। ਜੀ ਹੋ ਸਕਦਾ ਜੇ ਸਹਿਕਾਰੀ ਸਭਾ ਬਣ। ਲੇਕਿਨ ਸਾਈਨਾਥ ਜੀ ਇੱਕ ਜਿਹੜੇ ਬੜੇ ਤਕੜੇ ਅਰਥ ਸ਼ਾਸਤਰੀ ਨੇ, ਵਧੀਆ ਖੇਤੀਬਾੜੀ ਮਾਹਿਰ ਨੇ, ਉਹਨਾਂ ਨੇ ਗੱਲ ਤਾਂ ਠੀਕ ਕੀਤੀ ਆ ਜੀ। ਲੇਕਿਨ ਸਹਿਕਾਰੀ ਸਭਾਵਾਂ ਤੋਂ ਬਗੈਰ ਇਸ ਚੀਜ਼ ਨੂੰ ਅਮਲੀ ਜਾਮਾ ਨਹੀਂ ਬਣਾਇਆ ਜਾ ਸਕਦਾ। ਲੇਕਿਨ ਮੈਂ ਚਾਹੁੰਦਾ ਵੀ ਜੇ ਇੰਜ ਹੋ ਜਾਵੇ ਤੇ ਕਿਸਾਨ ਵੀ ਠੀਕ ਹੋ ਜਾਊਗਾ, ਮਾਹੌਲ ਵੀ ਠੀਕ ਹੋ ਜਾਊਗਾ, ਪੰਜਾਬ ਵੀ ਬਰਬਾਦੀ ਦੇ ਕੰਢੇ ਜਾਣ ਤੋਂ ਬਚ ਜਾਊਗਾ। ਲੇਕਿਨ ਉਹ ਹੋਣਾ ਲੱਗਦਾ ਨਹੀਂ ਜੀ। ਇਸ ਕਰਕੇ ਜਿਹੜਾ ਵਾ ਸਾਈਨਾਥ ਜੀ ਦੀ ਗੱਲ ਬਿਲਕੁਲ ਠੀਕ, ਉੱਤੇ ਅਮਲ ਕੀਤਾ ਜਾਣਾ ਚਾਹੀਦਾ। 1975 ਦੇ ਵਿੱਚ ਤੁਹਾਨੂੰ ਪਤਾ ਸੀ ਵਪਾਰ ਓਪਨ ਕਰਤਾ ਸੀ ਇੰਟਰਨੈਸ਼ਨਲ ਲੈਵਲ ਤੇ। ਬਿਲਕੁਲ ਜੀ, ਹੋਇਆ ਸੀਗਾ।
ਈਰਾਨ ਦੇ ਵਿੱਚ ਜਿਹੜੇ ਪੰਜਾਬ ਦੇ ਕਿਸਾਨ ਸੀ ਨਾ, ਆਲੂ ਬੜਾ ਮਹਿੰਗਾ ਵੇਚਿਆ ਸੀ, ਬੜੇ ਪੈਸੇ ਕਮਾਏ ਸੀ, ਰੱਜ ਗਏ ਸੀ ਕਿਸਾਨ। ਅੱਛਾ ਜੀ। ਤੇ ਮੁੜ ਕੇ ਸਰਕਾਰ ਨੂੰ ਕਹਿ ਕੇ, ਵਪਾਰੀ ਨੇ ਕਹਿਤਾ ਵੀ ਜੇ ਤੁਸੀਂ ਏਦਾਂ ਓਪਨ ਕਰਤਾ ਵੀ ਸਾਨੂੰ ਕਿੰਨੇ ਪੁੱਛਣ, ਤੁਹਾਨੂੰ ਅਸੀਂ ਵੋਟਾਂ ਵਾਸਤੇ ਪੈਸੇ ਕਿੱਥੋਂ ਦੇਣੇ ਮੁੜ ਕੇ ਇਲੈਕਸ਼ਨ ਲੜਨ ਵਾਸਤੇ। ਜੀ। ਫਿਰ ਉਹ ਬੰਦ ਕੀਤਾ ਸੀ। ਅੱਛਾ ਜੀ। ਜੀ 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 ਬਿਲਕੁਲ ਜੀ। ਤੇ ਗੁਰਨਾਮ ਸਿੰਘ ਚੜੂਨੀ, ਉਹਨਾਂ ਦੇ ਬਸਪਾ ਨੇ ਜਿਹੜਾ ਹੁਸ਼ਿਆਰਪੁਰ ਦੇ ਵਿੱਚ ਮੁਕੱਦਮਾ ਦਰਜ ਕਰਨ ਦੇ ਲਈ SSP ਨੂੰ ਦਰਖਾਸਤ ਦੇ ਦਿੱਤੀ ਹੈ। ਸੋ ਕਿਉਂ ਮੁਸ਼ਕਲਾਂ ਇਹ ਵੱਧ ਰਹੀਆਂ ਨੇ ਚੜੂਨੀ ਦੀਆਂ? ਪਹਿਲੀ ਗੱਲ ਤੇ ਸਰਦਾਰ ਗੁਰਨਾਮ ਸਿੰਘ ਚੜੂਨੀ ਦਾ ਕਿਸਾਨ ਸੰਯੁਕਤ ਕਿਸਾਨ ਮੋਰਚੇ ਤੇ ਬੜਾ ਵਧੀਆ ਸਤਿਕਾਰ। ਬਿਲਕੁਲ ਜੀ। ਕਿਉਂਕਿ 25 ਨਵੰਬਰ 2020 ਨੂੰ ਜਿਹੜੀ ਉਹਨਾਂ ਕਾਰਵਾਈ ਕੀਤੀ ਸੀ, 26 ਨੂੰ ਪੰਜਾਬ ਦੇ ਕਿਸਾਨਾਂ ਨੇ ਜਾਣਾ ਸੀ ਨਾ, ਅਨਾਉਂਸ ਕੀਤਾ ਕਿ ਜਿੱਥੇ ਸਾਨੂੰ ਰੋਕਿਆ ਜੂ ਅਸੀਂ ਬਹਿ ਜਾਵਾਂਗੇ ਜੀ। ਤੇ ਹਰਿਆਣਾ ਪੁਲਿਸ ਨੇ ਜਿੰਨੇ ਵੀ ਬਾਰਡਰ ਸੀ ਉੱਥੇ ਵੱਡੇ ਵੱਡੇ ਪੱਥਰ ਲਿਆ ਕੇ ਰੱਖਤੇ ਜੀ, ਸਾਰੀ ਟ੍ਰੈਫਿਕ ਬੰਦ ਕਰਤੀ ਸੀ। ਜੀ ਬਿਲਕੁਲ ਜੀ। ਲੇਕਿਨ ਚੜੂਨੀ ਸਾਹਿਬ ਦੀ ਜਿਹੜੀ ਭਾਰਤੀ ਕਿਸਾਨ ਯੂਨੀਅਨ ਸੀ, ਉਹਦੇ ਨੌਜਵਾਨਾਂ ਨੇ ਜਿਹੜੀ ਅਸੀਂ ਰੋਕਾਂ ਸਾਰੀਆਂ ਢਾਤੀਆਂ, ਚੱਲ ਪਏ ਦਿੱਲੀ ਵੱਲ ਨੂੰ। ਦਿੱਲੀ ਵੱਲ ਸਭ ਤੋਂ ਪਹਿਲਾਂ ਪਹਿਲ ਕਦਮੀ ਉਹਨਾਂ ਕੀਤੀ ਸੀ। ਬਿਲਕੁਲ ਜੀ। ਰਸਤੇ ਦੇ ਵਿੱਚ ਬੜੀਆਂ ਟੁਕੜੀਆਂ ਖੱਡਾਂ ਪੁੱਟ ਦਿੱਤੀਆਂ ਗਈਆਂ, ਲੋਕਾਂ ਨੇ ਬੁੱਕਾਂ ਨੇ ਭਰ ਦਿੱਤੀਆਂ ਸੀ। ਜੀ। ਜਿਹੜੇ ਟਰੱਕ ਇਹਨਾਂ ਖੜੇ ਸੀ ਉਹ ਨੌਜਵਾਨਾਂ ਧੱਕ ਕੇ ਪਾਸੇ ਕਰ ਦਿੱਤੇ ਸੀ, ਪਾਸੇ ਕਰ ਦਿੱਤੇ। ਬਿਲਕੁਲ ਜੀ। ਲੇਕਿਨ ਉਸ ਤੋਂ ਬਾਅਦ ਬੜਾ ਸਤਿਕਾਰ ਸੀ। ਪਹਿਲਾਂ ਵੀ ਇਹਨਾਂ ਤੇ ਇੱਕ ਵਾਰੀ ਹੋਈ ਸੀ ਵੀ ਤੁਸੀਂ ਗਲਤ ਗੱਲ ਕੀਤੀ, ਉਦੋਂ ਆਮ ਮਾਫੀ ਦੇ ਦਿੱਤੀ ਗਈ ਸੀ। ਲੇਕਿਨ ਇਹ ਪਿੱਛੇ ਜੇ ਇਹਨਾਂ ਗਲਤੀ ਕੀਤੀ, ਉਹਦੇ ਕਰਕੇ ਇਹਨਾਂ ਨੂੰ 8 ਦਿਨ ਵਾਸਤੇ ਸਸਪੈਂਡ ਕੀਤਾ ਗਿਆ। ਬਿਲਕੁਲ ਜੀ, ਕੀਤਾ ਗਿਆ ਸੀ। ਲੇਕਿਨ ਜਿਹੜੀ ਉਹ ਗਲਤੀ ਅੱਜ ਵੀ ਬਰਕਰਾਰ, ਉਹ ਮਿਸ਼ਨ ਪੰਜਾਬ ਦੀ ਗੱਲ ਕਰਦੇ ਵੀ ਅਸੀਂ ਕਿਸਾਨ ਅੰਦੋਲਨ, ਅਸੀਂ ਕਿਸਾਨ ਸਭਾਵਾਂ ਬਣਾ ਲਈਆਂ, ਅਸੀਂ ਕਿਸਾਨ ਜਥੇਬੰਦੀਆਂ ਬਣਾ ਲਈਆਂ, ਅਸੀਂ ਇਲੈਕਸ਼ਨ ਕੋ ਨਹੀਂ ਲੜਦੇ। ਜੀ। ਗੱਲ ਤੇ ਚੜੂਨੀ ਸਾਹਿਬ ਦੀ ਬਿਲਕੁਲ ਠੀਕ ਹੈ ਜੀ। ਲੇਕਿਨ ਅੱਜ ਦੀ ਡੇਟ ਦੇ ਵਿੱਚ ਜਿਹੜੇ ਦਿੱਲੀ 'ਚ ਕਿਸਾਨ ਬੈਠੇ, ਉਹ ਕਿਸੇ ਨਾ ਕਿਸੇ ਜਥੇਬੰਦੀ ਨੂੰ ਬਿਲੋਂਗ ਕਰਦੇ ਆ। ਉੱਥੇ ਕਾਂਗਰਸੀ ਬੈਠੇ, ਉੱਥੇ ਆਪ ਦੇ ਵੀ ਬੈਠੇ, ਉੱਥੇ ਅਕਾਲੀ ਵੀ ਬੈਠੇ, ਉੱਥੇ ਸਾਰੇ ਬੈਠੇ ਨੇ। ਜੀ। ਅੱਜ ਤੁਸੀਂ ਕਹਿ ਦਿਓ ਜੇ ਇੱਕ ਮੰਚ ਬਣਾ ਕੇ ਆਪਾਂ ਇਲੈਕਸ਼ਨ ਲੜੀਏ ਤੇ ਸਾਰੇ ਡੱਡੂਆਂ ਦੀ ਪੰਸੇਰੀ ਵਾਂਗੂ ਖਿਲਰ ਜਾਣੇ। ਜੀ। ਤੇ ਚੜੂਨੀ ਸਾਹਿਬ ਨੂੰ ਸਮਝਾਇਆ ਜਾ ਰਿਹਾ ਕਿ ਆਪਣੀ ਹਾਲਤ ਇਹ ਆ, ਤੁਸੀਂ ਇਹ ਪੰਗਾ ਨਾ ਲਓ, ਇਲੈਕਸ਼ਨ ਦਾ ਪੰਗਾ ਤੁਸੀਂ ਨਾ ਲਓ। ਤੁਹਾਨੂੰ ਪਤਾ ਹੋਏਗਾ ਵੀ BJP ਨੂੰ ਪਤਾ ਵੀ ਸਾਡੀ ਪੰਜਾਬ 'ਚ ਸੁਣਵਾਈ ਨਹੀਂ ਹੋਣੀ, ਸਾਨੂੰ ਇਲੈਕਸ਼ਨ ਲੋਕਾਂ ਨੇ ਨਹੀਂ ਲੜਨ ਦੇਣੀ। ਬਿਲਕੁਲ ਜੀ। ਉਹਨਾਂ ਨੇ ਇੱਕ ਗਾਰਮੈਂਟਸ ਵਪਾਰੀ ਜਿਹੜੇ ਹੈਗੇ ਆ ਲੁਧਿਆਣੇ ਦੇ, ਉਹਨਾਂ ਦੇ ਥਰੂ ਇੱਕ ਜਥੇਬੰਦੀ ਖੜੀ ਕੀਤੀ। ਅੱਛਾ ਜੀ। ਉਹ 5 ਸਟੇਟਾਂ ਦੇ 5-6 ਸਟੇਟਾਂ ਦੇ ਲੋਕ ਸ਼ਾਮਲ ਕੀਤੇ। ਅੱਛਾ ਜੀ। ਉਸ ਜਥੇਬੰਦੀ ਕੋਲੇ ਜਾ ਕੇ ਚੜੂਨੀ ਸਾਹਿਬ ਆਏ, ਉੱਥੇ ਸਨਮਾਨ ਵੀ ਲੈ ਕੇ ਆਏ ਜੀ। ਤੇ ਜੇ ਉੱਥੇ ਸਨਮਾਨ ਲੈ ਕੇ ਤੇ ਬਾਕੀ ਤੁਸੀਂ ਸਮਝ ਲਓ 9 ਤਰੀਕ ਨੂੰ ਉਹ ਜਥੇਬੰਦੀ ਦੀ ਬੁਨਿਆਦ ਰੱਖੀ ਜਾਣੀ ਹੈ। ਜੇ ਤੇ ਚੜੂਨੀ ਸਾਹਿਬ ਚਲੇ ਗਏ ਉੱਥੇ ਤੇ ਫਿਰ ਸਮਝ ਲਓ ਕਿ ਉਹ ਭਾਜਪਾ ਦੀ ਪੌੜੀ ਚੜ ਗਏ। ਅੱਛਾ ਜੀ। ਇਹ 9 ਨੂੰ ਪਤਾ ਲੱਗੂਗਾ। ਲੇਕਿਨ ਜਿਹੜੀ ਹੁਸ਼ਿਆਰਪੁਰ 'ਚ ਗਏ ਨੇ, ਉੱਥੇ ਜਦੋਂ ਜਾ ਕੇ ਨਾ ਮੀਟਿੰਗ ਕੀਤੀ, ਮੀਟਿੰਗ ਕਰਨ ਤੋਂ ਬਾਅਦ ਇਹਨਾਂ ਨੇ ਗੱਲ 'ਚ ਪਾਇਆ ਸੀ ਹਾਰ। ਅੱਛਾ ਜੀ। ਤੇ ਡਾਕਟਰ ਅੰਬੇਦਕਰ ਦੇ ਬੁੱਤ ਤੇ ਮੱਥਾ ਟੇਕਣਗੇ ਤੇ ਆਪਣਾ ਹਾਰ ਲਾ ਕੇ ਉਹਨੇ ਗੱਲ 'ਚ ਪਾਤਾ ਤੇ ਬਸਪਾ ਨੇ ਲਿਆ ਉਹਦਾ ਕੜਾ ਨੋਟਿਸ ਜੀ ਕਿ ਜਿਹੜਾ ਤੁਹਾਡੇ ਗੱਲ ਝਾਰ ਪਾਇਆ ਸੀ, ਤੁਸੀਂ ਉਹਨਾਂ ਦੀ ਪ੍ਰਤਿਮਾ ਨੂੰ, ਉਹਨਾਂ ਦੇ ਬੁੱਤ ਨੂੰ ਤੁਸੀਂ ਕਿਵੇਂ ਪਾ ਸਕਦੇ? ਤੁਸੀਂ ਉਹਨਾਂ ਦਾ ਸਤਿਕਾਰ ਨਹੀਂ ਕੀਤਾ, ਤੁਸੀਂ ਤਿਰਸਕਾਰ ਕੀਤਾ ਡਾਕਟਰ ਅੰਬੇਦਕਰ ਜੀ। ਉਹਦੇ ਵਿੱਚ ਉੱਥੋਂ ਦੀ ਬਸਪਾ ਵਾਲੇ ਦਾ ਯੂਨਿਟ, ਉਹਨਾਂ ਨੇ ਬਕਾਇਦਾ ਤੌਰ ਤੇ ਉੱਥੋਂ ਦੇ SSP ਨੂੰ ਇੱਕ ਦਰਖਾਸਤ ਦਿੱਤੀ ਕਿ ਚੜੂਨੀ ਦੇ ਖਿਲਾਫ ਬਿਨਾਂ ਕਿਸੇ ਦਰੀ ਤੋਂ ਮੁਕੱਦਮਾ ਦਰਜ ਕਰਕੇ ਉਹਨੂੰ ਗ੍ਰਿਫਤਾਰ ਕੀਤਾ। ਜੀ 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 ਬਿਲਕੁਲ ਜੀ। ਸੋ ਇਸ ਦੇ ਨਾਲ ਹੀ ਸ਼ੰਕੇ ਵੀ ਜਿਹੜੇ ਹੈਗੇ ਨੇ ਪ੍ਰਗਟ ਹੋ ਰਹੇ ਨੇ ਕਿਸਾਨੀ ਮੰਗਾਂ ਉੱਤੇ, ਜਿਹੜੀ ਸੁਪਰੀਮ ਕੋਰਟ ਦੀ ਚੁੱਪ ਹੈ ਉਸ ਨੂੰ ਲੈ ਕੇ। ਜੀ। ਜਿਹੜੀ ਸੁਪਰੀਮ ਕੋਰਟ ਦੀ ਚੁੱਪ ਹੈ ਜੀ, ਸੁਪਰੀਮ ਕੋਰਟ ਨੇ ਪਹਿਲਾਂ ਸਰਕਾਰ ਨੂੰ ਕਿਹਾ ਵੀ ਤੁਸੀਂ ਕੋਈ ਕਾਰਵਾਈ ਕਰੋ, ਲੇਕਿਨ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ। ਜੀ। ਸਰਕਾਰ ਨੇ ਲਿਖ ਕੇ ਦਿੱਤਾ ਵੀ ਸਾਡੀ ਕਿਸਾਨਾਂ ਨਾਲ ਗੱਲਬਾਤ ਚੱਲਦੀ ਹੈ। ਜੀ। ਲੇਕਿਨ 11 ਜਨਵਰੀ ਨੂੰ ਸੁਪਰੀਮ ਕੋਰਟ ਇੱਕ 4 ਮੈਂਬਰੀ ਕਮੇਟੀ ਬਣਾਉਂਦੀ ਆ, ਜਿਹੜੀ ਜਾ ਕੇ ਕਿਸਾਨਾਂ ਨੂੰ ਮਿਲੂਗੀ, ਲੋਕਾਂ ਨੂੰ ਮਿਲੂਗੀ, ਪੂਰੀ ਪੜਤਾਲ ਕਰੇਗੀ ਵੀ ਇਹ ਕਾਨੂੰਨ ਕਿੰਨੇ ਸੱਚੇ ਤੇ ਕਿੰਨੇ ਝੂਠੇ ਤੇ ਕਿੰਨੇ ਲੋਕ ਇੱਥੇ, ਕਿੰਨੇ ਕਿਸਾਨਾਂ ਦੇ ਵਿੱਚ ਕਿੰਨੇ ਬਰਬਾਦੀ ਵਾਲੇ ਨੇ। ਜੀ। ਉਹ 4 ਮੈਂਬਰੀ ਕਮੇਟੀ 'ਚ ਇੱਕ ਪੰਜਾਬ ਦਾ ਕਿਸਾਨ ਸੀ ਭੁਪਿੰਦਰ ਸਿੰਘ ਮਾਨ, ਜਿਹੜਾ ਭਾਰਤੀ ਕਿਸਾਨ ਯੂਨੀਅਨ ਦਾ ਇੱਕ ਪ੍ਰਧਾਨ ਵੀ ਆਪਣੀ ਦਾ। ਬਿਲਕੁਲ ਜੀ। ਉਹ ਨੋਮੀਨੇਟਡ ਰਾਜ ਸਭਾ ਦਾ ਮੈਂਬਰ ਵੀ ਰਿਹਾ। ਜੀ ਬਿਲਕੁਲ ਜੀ।
ਤੇ ਆਟੋਮੈਟਿਕਲੀ ਤੁਹਾਨੂੰ ਪਤਾ ਫਿਰ ਸੈਂਟਰ ਸਰਕਾਰ ਦਾ ਝੋਲੀ ਚੁੱਕ ਤਾਂ ਹੋਏਗਾ ਜੀ, ਜਿਹਦੇ ਕੇਸ 'ਚ ਉਹਨੂੰ ਬਕਾਇਆ ਤੌਰ ਤੇ ਮੈਂਬਰ ਪਾਇਆ ਗਿਆ ਸੀ ਤੇ ਉਹਦਾ ਮੁੰਡਾ ਅੱਜ ਕੱਲ੍ਹ ਕਾਂਗਰਸ ਦੇ ਵਿੱਚ ਹੈ ਤੇ ਕੈਪਟਨ ਸਾਹਿਬ ਦੇ ਬਹੁਤ ਨਜ਼ਦੀਕ ਆ, ਤੇ ਫਿਰ ਰੌਲਾ ਪਿਆ ਤੇ ਉਹਨੂੰ ਵਿਦਡਰਾ ਕਰਨਾ ਪਿਆ ਸੀ ਵੀ ਮੈਂ ਇੱਥੋਂ ਆਪਣਾ ਅਸਤੀਫਾ ਦਿੰਦਾ, ਮੈਂ ਪਾਰਟੀ ਕਮੇਟੀ ਸ਼ਾਮਲ ਨਹੀਂ। ਅੱਛਾ ਜੀ। ਉਹ ਫਿਰ 3 ਮੈਂਬਰੀ ਕਮੇਟੀ ਨੇ ਬਕਾਇਦਾ ਤੌਰ ਤੇ ਉਹ ਰਿਪੋਰਟ ਆਪਣੀ ਸਬਮਿਟ 2 ਮਹੀਨੇ 'ਚ ਕਰਨੀ ਸੀ। 2 ਮਹੀਨੇ ਤੋਂ 20 ਦਿਨ ਬਾਅਦ 31 ਮਾਰਚ ਨੂੰ ਉਹਨਾਂ ਆਪਣੀ ਰਿਪੋਰਟ ਸਬਮਿਟ ਕਰ ਦਿੱਤੀ। ਅੱਛਾ ਜੀ। 11 ਜਨਵਰੀ ਨੂੰ ਸੁਪਰੀਮ ਕੋਰਟ ਇੱਕ ਬਕਾਇਦਾ ਤੌਰ ਤੇ ਕਮੇਟੀ ਬਣਾਉਂਦੀ ਹੈ ਤੇ 22 ਜਨਵਰੀ ਨੂੰ ਕਿਸਾਨਾਂ ਨਾਲ ਜਿਹੜੀ ਗੱਲਬਾਤ ਕਿਹਾ ਸੀ ਜੀ ਸਰਕਾਰ ਨੇ ਵੀ ਸਾਡੀ ਗੱਲਬਾਤ ਚੱਲ ਰਹੀ ਕਿਸਾਨਾਂ ਨਾਲ, ਉਹ ਗੱਲਬਾਤ ਸਟਾਪ ਹੋ ਜੀ। ਹੁਣ 31 ਮਾਰਚ ਨੂੰ ਜਿਹੜੀ ਰਿਪੋਰਟ ਉਹਨਾਂ ਸਬਮਿਟ ਕੀਤੀ ਹੈ ਉਹ ਅਜੇ ਤੱਕ ਬੰਦ ਲਿਫਾਫਾ ਪਈ ਹੈ, ਸੁਪਰੀਮ ਕੋਰਟ ਨੇ ਖੋਲੀ ਜੀ। 4 ਮਹੀਨੇ ਹੋ ਗਏ ਇਸ ਗੱਲ ਨੂੰ। ਜੀ ਸੁਪਰੀਮ ਕੋਰਟ ਨੂੰ ਚਾਹੀਦਾ ਵੀ ਕਿਸਾਨ ਸਖਤੇ ਚ ਉਹ ਵਿਚਾਰੇ ਧੁੱਪ ਦੇ ਵਿੱਚ, ਉਹ ਮੀਂਹ ਦੇ ਵਿੱਚ, ਉਹ ਠੰਡ ਦੇ ਵਿੱਚ ਕਿਸਾਨ ਮਰ ਰਹੇ ਨੇ। ਅੱਜ ਗਿਣਤੀ 500 ਤੋਂ ਉੱਪਰ ਕਿਸਾਨਾਂ ਦੀ ਹੋ ਗਈ। ਬਿਲਕੁਲ ਜੀ। ਤੇ ਸਾਡੀ ਸਰਕਾਰ ਕਹਿੰਦੀ ਸਾਨੂੰ ਪਤਾ ਹੀ ਨਹੀਂ ਜੀ। ਜੇ ਤੁਹਾਨੂੰ ਪਤਾ ਨਹੀਂ ਅਸਤੀਫੇ ਦੇ ਕੇ ਘਰ ਨੂੰ ਜਾਓ, ਕਦੋਂ ਇੱਥੇ ਬੈਠੇ ਹੋ ਤੁਸੀਂ? ਜੀ ਬਿਲਕੁਲ ਜੀ। ਕਾਰਜਕੁਰ ਤੇ ਸਵਾਲ ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਇੱਥੇ ਮੁੱਖ ਮੰਤਰੀ ਸੀ, ਕਹਿੰਦੇ ਸੀ ਮੈਨੂੰ ਪੰਜਾਬ 'ਚ ਕੀੜੀ ਤੁਰਦੀ ਕੁੜੀ ਜਿਹੀ ਨਜ਼ਰ ਆਉਂਦੀ ਆ। ਅੱਛਾ ਜੀ। ਪਰ ਬਰਗਾੜੀ ਦੀ ਬੇਦ ਵੀ ਨਜ਼ਰ ਨਹੀਂ ਸੀ ਆਈ ਉਹਨਾਂ ਜੀ। ਬਿਲਕੁਲ ਜੀ। ਬਾਈਬਲ ਕਲਰ ਦੀ ਗੋਲੀ ਨਜ਼ਰ ਨਹੀਂ ਸੀ ਆਈ ਉਹਨਾਂ ਜੀ। ਕੋਟ ਕਪੂਰਾ ਦੇ ਜਿਹੜੇ ਕੁੱਟਮਾਰੇ ਸੀ ਉਹ ਨਜ਼ਰ ਨਹੀਂ ਸੀ ਆਈ ਉਹਨਾਂ ਜੀ। ਨਹੀਂ ਤੇ ਪੁੱਛਦੇ ਸੀ ਮੈਨੂੰ ਕੀੜੀ ਨਜ਼ਰ ਆਉਂਦੀ ਪੰਜਾਬ ਤੁਰੀ ਜਾਂਦੀ। ਤੇ ਇਸ ਕਰਕੇ ਪ੍ਰਧਾਨ ਮੰਤਰੀ ਨੂੰ ਦੇਸ਼ 'ਚ ਕੀੜੀ ਨਜ਼ਰ ਆਉਣੀ ਚਾਹੀਦੀ ਆ ਕਿ ਕੁੜੀ ਤੁਰੀ ਜਾਂਦੀ ਆ ਜੀ। ਤੇ ਜੇ ਤੁਸੀਂ ਕਹਿੰਦੇ ਹੋ ਤੁਸੀਂ ਸਾਨੂੰ ਪਤਾ ਹੀ ਨਹੀਂ ਕਿਸਾਨ ਕਿਹੜੇ ਮਰ ਗਏ ਕਿਹੜੇ ਦੀ ਮਰ ਗਏ, ਤੇ ਫਿਰ ਬੜੀ ਮੰਦਭਾਗੀ ਗੱਲ ਆ। ਇਹਦੇ ਤੇ ਸੁਪਰੀਮ ਕੋਰਟ ਨੂੰ ਆਪਣੀ ਚੁੱਪ ਤੋੜਨੀ ਚਾਹੀਦੀ ਹੁਣ ਜੀ। ਬਕਾਇਦਾ ਤੌਰ ਤੇ ਸਰਕਾਰ ਨੂੰ ਕਟਹਿਰੇ 'ਚ ਖੜਾ ਕਰਨਾ ਚਾਹੀਦਾ। ਤੁਸੀਂ ਕਿ ਸਾਡੀ ਗੱਲਬਾਤ ਚੱਲਦੀ, ਤੁਹਾਡੀ ਗੱਲਬਾਤ ਕਿੱਥੇ ਹੋਣਗੀ? ਬਿਲਕੁਲ ਜੀ। ਆ ਕੇ ਜਵਾਬ ਦਿਓ। ਇਸ ਕਰਕੇ ਸੁਪਰੀਮ ਕੋਰਟ ਦੀ ਚੁੱਪ ਜਿਹੜੀ ਆ ਉਹ ਵੀ ਕਈ ਪ੍ਰਕਾਰ ਦੇ ਸ਼ੰਕੇ ਪ੍ਰਗਟ ਕਰਦੀ ਹੈ, ਲੇਕਿਨ ਕਿਸਾਨਾਂ ਨੂੰ ਵੀ ਤੇ ਆਮ ਲੋਕਾਂ ਨੂੰ ਵੀ ਦਬਾਅ ਪਾਉਣਾ ਚਾਹੀਦਾ ਕਿ ਸੁਪਰੀਮ ਕੋਰਟ ਤੇ ਵੀ ਉਹ ਬਕਾਇਦਾ ਤੌਰ ਤੇ ਮਜਬੂਰ ਹੋਵੇ ਸਰਕਾਰ ਨੂੰ ਜਾਂ ਤਲਬ ਕਰਨਾ। ਜੀ ਬਿਲਕੁਲ ਜੀ। ਸੋ ਆਖਿਰ ਦੇ ਵਿੱਚ ਆਪਾਂ ਖਬਰ ਲੈਣੀ ਚਾਹਾਂਗੇ। ਆਪਾਂ ਧਿਆਨ ਸਿੰਘ ਮੰਡ ਦੀ ਗੱਲ ਕਰ ਲਈ ਸੀ, ਪਰ ਧਿਆਨ ਚੰਦ ਦੀ ਗੱਲ ਕਰਨੀ ਰਹਿੰਦੀ ਹੈ, ਜਿਹੜੇ ਕਿ ਹੋਏ ਨੇ ਇੱਕ ਬਹੁਤ ਹੀ ਕਾਬਿਲ ਨਾਮਵਰ ਹਾਕੀ ਖਿਡਾਰੀ ਤੇ ਖੇਲ ਰਤਨ ਨਾਮ ਦਾ ਜਿਹੜਾ ਪੁਰਸਕਾਰ ਹੈ ਉਹ ਉਸਦਾ ਨਾਮ ਬਦਲ ਕੇ ਹੁਣ ਉਹਨਾਂ ਦੇ ਨਾਮ ਤੇ ਰੱਖਿਆ ਜਾ ਰਿਹਾ ਹੈ। ਸੋ ਇਹ ਖਬਰ ਵੀ ਦੱਸ ਦਿਓ ਜੀ ਸਰੋਤਿਆਂ ਨੂੰ। ਵੇਖੋ ਜੀ, ਜਿਹੜਾ ਰਾਜੀਵ ਗਾਂਧੀ ਖੇਲ ਰਤਨ ਪੁਰਸਕਾਰ ਜਿਹੜਾ ਸੀ ਇਹ 1991 ਵਿੱਚ ਜਦੋਂ ਰਾਜੀਵ ਗਾਂਧੀ ਦੀ ਡੈਥ ਹੋਈ ਉਦੋਂ ਬਾਅਦ 92 ਸ਼ੁਰੂ ਕੀਤਾ ਗਿਆ। ਅੱਛਾ ਜੀ। ਇਹ ਉਦੋਂ ਦਾ ਹਰ ਸਾਲ ਇਹ ਖੇਲ ਰਤਨ ਪੁਰਸਕਾਰ ਦਿੱਤਾ ਜਾਂਦਾ ਸੀ, ਲੇਕਿਨ ਅੱਜ ਮੋਦੀ ਸਾਹਿਬ ਨੇ ਪਹਿਲਾਂ ਵੀ ਕਿਹਾ ਸੀ ਕਿ ਅਸੀਂ ਇਹਦਾ ਨਾਂ ਚੇਂਜ ਕਰ ਦੇਣਾ ਜੀ। ਪ੍ਰਕਿਰਿਆ 2014 ਤੋਂ ਦੇਖ ਸੀ, ਕਮੇਟੀ ਵੀ ਬਣੀ, ਬੜਾ ਕੁਛ ਹੈ, ਲੇਕਿਨ ਅੱਜ ਉਹਨਾਂ ਨੇ ਬਿਨਾਂ ਕਿਸੇ ਗੱਲ ਦੇ ਬਿਲਕੁਲ ਕਹਿ ਦਿੱਤਾ ਵੀ ਇਹਦਾ ਨਾਂ ਸੀ ਮੇਜਰ ਧਿਆਨ ਚੰਦ ਖੇਲ ਪੁਰਸਕਾਰ ਵਜੋਂ ਅੰਤਰ ਜੀ। ਚਲੋ ਤੁਸੀਂ ਦੇਤਾ, ਠੀਕ, ਤੁਹਾਡੀ ਸਰਕਾਰ ਆ, ਤੁਸੀਂ ਬੜੇ ਨਾਂ ਬਦਲੇ, ਕੋਈ ਗੱਲ ਨਹੀਂ, ਬਦਲਤਾ ਤੇ ਕੋਈ ਗੱਲ ਨਹੀਂ ਜੀ। ਲੇਕਿਨ ਰਾਜੀਵ ਗਾਂਧੀ ਦੀ ਵੀ ਕੋਈ ਦੇਣ ਸੀ। ਜੇ ਤੁਸੀਂ ਕਿਤੇ ਇਹਦਾ ਨਾਂ ਕੋਈ ਹੋਰ ਰੱਖ ਦਿੰਦੇ ਹੋ ਤੇ ਰਾਜੀਵ ਗਾਂਧੀ ਕੋਲ ਇਹ ਨਾਂ ਖੋਲਦੇ ਹੋ ਤੇ ਕੋਈ ਨਵਾਂ ਪੁਰਸਕਾਰ ਦੇ ਦਿੰਦੇ, ਕੀ ਫਰਕ ਪੈਣ ਲੱਗਾ ਜੀ? ਬਿਲਕੁਲ ਜੀ। ਧਿਆਨ ਚੰਦ ਕੌਣ ਸੀ ਜੀ? ਹਾਕੀ 1905 ਦੇ ਵਿੱਚ ਇਲਾਹਾਬਾਦ ਦੇ ਇੱਕ ਪਿੰਡ 'ਚ ਪੈਦਾ ਹੋਇਆ ਜੀ ਤੇ 1926 ਦੇ ਵਿੱਚ ਇਹ ਆਰਮੀ 'ਚ ਭਰਤੀ ਹੋਇਆ। ਅੱਛਾ ਜੀ। ਇਹਨੂੰ ਕੋਈ ਪਤਾ ਨਹੀਂ ਹਾਕੀ ਕੀ ਹੁੰਦੀ ਕੀ ਨਹੀਂ ਹੁੰਦੀ, ਲੇਕਿਨ ਇਹਦੀ ਚੁਸਤੀ ਤੇ ਫੁਰਤੀ ਵੇਖ ਕੇ ਮੇਜਰ ਤਿਵਾੜੀ ਨੇ ਕਿਹਾ ਵੀ ਤੂੰ ਹਾਕੀ ਖੇਡਿਆ ਕਰ ਕਾਕਾ। ਅੱਛਾ ਜੀ। ਉਹਨੇ ਹਾਕੀ 'ਚ ਪਾਤਾ ਤੇ 1928 ਦੇ ਵਿੱਚ ਜਿਸ ਤਰੀਕੇ ਨਾਲ ਜਾ ਕੇ 올림픽 ਦੇ ਵਿੱਚ ਆਪਣੇ ਜੋਹਰ ਵਿਖਾਏ ਤੇ ਜਿੱਤੀ ਹਾਕੀ, ਮੇਰੇ ਖਿਆਲ 25 ਗੋਲ ਕੀਤੇ ਸ਼ਾਇਦ ਉਹਦੇ ਨੇ। ਜੀ ਬਿਲਕੁਲ ਜੀ। ਮੁੜ ਕੇ 4 ਸਾਲ ਬਾਅਦ ਫਿਰ 1936 ਦੇ ਵਿੱਚ ਜਦੋਂ ਇਹ ਗਿਆ ਤੇ ਜਿਹੜਾ ਉੱਥੋਂ ਦਾ ਜਰਮਨ ਜਦੋਂ ਹੋਈ ਹੈ 올림픽 ਜੀ, ਹਿਟਲਰ ਬੈਠਾ ਉੱਥੇ ਸਟੇਜ ਦੇ ਉੱਤੇ ਜੀ। ਜਦੋਂ ਉਹਦੀ ਫੁਰਤੀ ਵੇਖੀ, ਸਭ ਕੁਝ ਵੇਖਿਆ, ਕਹਿੰਦਾ ਜਿਹੜੀ ਸਟਿਕ ਹੈ ਨਾ ਇਹਦੇ 'ਚ ਕੁਛ ਹੈਗਾ, ਜਾਦੂ ਦੀ ਛੜੀ ਦੀ ਕੋਈ ਜੀ, ਇਹਦੀ ਸਟਿਕ ਬਦਲੋ ਜੀ। ਜਦੋਂ ਹਾਕੀ ਬਦਲੀ ਇਹਦੀ, ਹਾਕੀ ਬਦਲ ਤੋਂ ਬਾਅਦ ਫਿਰ ਵੀ ਉਹ ਫਾਰਮੂਲਾ ਉਹੀ, ਗੋਲ ਤੇ ਗੋਲ, ਗੋਲ ਤੇ ਗੋਲ ਤੇ ਗੋਲ। ਬਿਲਕੁਲ ਜੀ। ਹਿਟਲਰ ਬਕਾਇਦਾ ਤੌਰ ਤੇ ਸਟੇਜ ਤੋਂ ਉੱਠ ਕੇ ਮੈਚ ਵਿੱਚ ਛੱਡ ਕੇ ਚਲਾ ਗਿਆ ਸੀ। ਅੱਛਾ ਜੀ। ਉਹਨੇ ਮੁੜ ਕੇ ਬਾਅਦ ਚ ਨੂੰ ਮਿਲਿਆ, ਕਹਿੰਦਾ ਗੱਲ ਸੁਣ ਕਾਕਾ, ਜੀ, ਤੂੰ ਮੇਜਰ
ਭਾਰਤੀ ਆਰਮੀ 'ਚ, ਜੀ ਤੂੰ ਮੇਰੇ ਕੋਲ ਆ ਜਾ, ਤੈਨੂੰ ਮੈਂ ਆਪਣੀ ਅੱਜ ਜਨਰਲ ਬਣਾ ਦਿੰਦਾ। ਅੱਛਾ ਜੀ। ਮੇਰੇ ਉਹਨੂੰ ਖੇਡ ਤੂੰ। ਜੀ ਉਹਨੇ ਕਿਹਾ ਜੀ ਮੈਂ ਕੱਲ ਵੀ ਭਾਰਤੀ ਸਾਂ, ਅੱਜ ਵੀ ਭਾਰਤੀ ਆ ਤੇ ਗਾਂ ਵੀ ਭਾਰਤੀ ਰਹੂੰਗਾ, ਮੈਨੂੰ ਕਿਸੇ ਉਹਦੇ ਦੀ ਲੋੜ ਨਹੀਂ ਹੈਗੀ। ਇਹੋ ਜਿਹੇ ਬੰਦੇ ਹੈਗੇ ਸੀ ਜੀ। 1948 ਤੱਕ ਮੇਜਰ ਧਿਆਨ ਚੰਦ ਜਿਹੜਾ ਉਹ ਖੇਡਿਆ ਤੇ ਉਹਨੇ ਪਤਾ ਨਹੀਂ ਕਿ 400 ਤੋਂ ਵੱਧ ਗੋਲ ਕੀਤੇ ਉਹਨੇ ਆਪਣੇ ਜੀ, ਤੇ ਕਿੰਨੇ ਮੈਡਲ ਦਵਾਏ ਉਹ ਸਭ ਨੂੰ ਪਤਾ ਹੀ ਹੈ। ਬਿਲਕੁਲ ਜੀ। ਤੇ 1979 ਦੇ ਵਿੱਚ ਜਿਹੜਾ ਵਾ ਉਹਦੀ ਡੈਥ ਹੁੰਦੀ ਆ। ਇਸੇ ਕਰਕੇ ਜਿਹੜਾ ਧਿਆਨ ਚੰਦ ਉਹਨੂੰ ਮਾਣ ਸਤਿਕਾਰ ਜ਼ਰੂਰ ਮਿਲਣਾ ਚਾਹੀਦਾ ਸੀ, ਲੇਕਿਨ ਕਿਸੇ ਦਾ ਖੋ ਕੇ ਮਾਣ ਸਤਿਕਾਰ ਦੇਣਾ ਉਹ ਕੋਈ ਸੋਭਦਾ ਨਹੀਂਗਾ। ਉਹਨਾਂ ਨੂੰ ਰਾਜੀਵ ਗਾਂਧੀ ਦਾ ਮਾਣ ਸਤਿਕਾਰ ਖੋ ਕੇ ਦਿੱਤਾ ਗਿਆ, ਲੇਕਿਨ ਦੇਣਾ ਜ਼ਰੂਰ ਚਾਹੀਦਾ ਸੀ ਜੀ। ਤੇ ਅੱਜ ਤੱਕ ਭਗਤ ਸਿੰਘ ਨੂੰ ਕੋਈ ਮਾਣ ਸਤਿਕਾਰ ਨਹੀਂ ਦਿੱਤਾ ਗਿਆ, ਊਧਮ ਸਿੰਘ ਨੂੰ ਕੋਈ ਦਿੱਤਾ ਨਹੀਂ ਗਿਆ, ਜਿਨ੍ਹਾਂ ਸਾਡੀ ਆਜ਼ਾਦੀ ਦਵਾਈ ਸੀ, ਜਿਹਨਾਂ ਕੁਰਬਾਨੀਆਂ ਕੀਤੀਆਂ। ਬਿਲਕੁਲ ਜੀ। ਮੇਜਰ ਧਿਆਨ ਚੰਦ ਨੂੰ ਮੇਜਰ ਜਿਹੜਾ ਅਵਾਰਡ ਦਿੱਤਾ ਗਿਆ ਬੜੀ ਲੇਟ ਕਰਤੀ ਹੈ, ਪਹਿਲਾਂ ਲੈਣਾ ਚਾਹੀਦਾ ਸੀ, ਲੇਕਿਨ ਨਹੀਂ ਦਿੱਤਾ ਗਿਆ। ਲੇਕਿਨ ਪ੍ਰਧਾਨ ਮੰਤਰੀ ਸਾਹਿਬ ਤੁਸੀਂ ਜੋ ਕੀਤਾ ਠੀਕ ਕੀਤਾ, ਆਪਣੇ ਨਜ਼ਰੀਆ ਜੋ ਕੀਤਾ ਠੀਕ ਕੀਤਾ, ਲੇਕਿਨ ਸਾਡੀ ਇੱਕੋ ਹੀ ਗੱਲ ਵੀ ਜੇ ਕਿਤੇ ਨਵਾਂ ਅਵਾਰਡ ਪੈਦਾ ਕਰਕੇ ਤੂੰ ਵਧੀਆ ਹੋਰ ਅਵਾਰਡ ਪੈਦਾ ਕਰਕੇ ਤੁਸੀਂ ਦਿੰਦੇ ਹੋ ਤੇ ਸ਼ਾਇਦ ਰਾਜੀਵ ਗਾਂਧੀ ਦੀ ਆਨ ਪਛਾਣ ਰਹਿ ਜਾਂਦੀ। ਹੁਣ ਤੁਸੀਂ ਵਿਕਰੀ ਤੁਹੀਨ ਕਰਕੇ ਤੇ ਦੂਜੇ ਦੀ ਜਿਹੜੀ ਆ ਉਹ ਇੱਜ਼ਤ ਕੀਤੀ ਹੈ, ਇਹ ਮਾੜੀ ਗੱਲ ਹੈ। ਬਿਲਕੁਲ ਜੀ। ਜੀ ਭੱਟੀ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ, ਅੱਜ ਦੀਆਂ ਖਬਰਾਂ ਦੇ ਉੱਤੇ ਗੱਲਬਾਤ ਕਰਨ ਦੇ ਲਈ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ। ਜੀ ਸੋ ਪਿਆਰੇ ਸਰੋਤੇ, ਹੁਣ ਅਸੀਂ ਲਵਾਂਗੇ ਜੀ ਇੱਕ ਬ੍ਰੇਕ ਤੇ ਮਿਲਾਂਗੇ ਬ੍ਰੇਕ ਤੋਂ ਬਾਅਦ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ। ਸ਼ਮਾਦਾਨ। ਬਾਈ ਜੀ ਨਵੀਂ DD15 ਚਲਾਉਂਦੇ ਜਾਂ ਬੇਕਾਰ ਮੈਕਸ ਫੋਰਸ, ਕਮਿੰਸ ISX, ਵੋਲਵੋ, ਮਰਸੀਡੀਜ਼ ਸਪ੍ਰਿੰਟਰ ਜਿਹੀ ਮੋਟਰ ਹੋਵੇ, ਤੇਲ ਹੋਰ ਓਰੀਜਨਲ ਫਿਲਟਰ ਤਾਂ ਚੇਂਜ ਕਰਾਉਣਾ ਹੀ ਆ ਜਾਓ।